हाँ जी दोस्तों, मीडिया प्रवास वालों ਤੁਹਾਡਾ बहुत-बहुत स्वागत है। थैंक यू सो मच सुदीप पाजी। जी प्लीज़ एक बारी अपने माइक अनम्यूट कर लो ਜਾਂ ਬੰਦ ਕਰ ਲਓ ताकि ਆਪਾਂ मैं ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਤੇ ਇਸ ਗੱਲ ਲਈ ਸੌਰੀ ਵੀ ਕਿ ਥੋੜਾ ਜਿਹਾ ਮੈਂ ਕਿਤੇ ਬਾਹਰ ਜਾਣ ਕਰਕੇ ਮੇਰੇ ਬਾਹਰ ਜਾਣ ਕਰਕੇ ਥੋੜਾ ਜਿਹਾ ਪ੍ਰੋਗਰਾਮ ਲੇਟ ਹੋਇਆ ਤੇ ਹੁਣ ਵੀ ਇੱਕ ਵਾਰੀ ਡਿਸਕਨੈਕਟ ਕਰਕੇ ਤੁਹਾਨੂੰ ਰੀਜੁਆਇਨ ਕਰਾਉਣਾ ਪਿਆ ਕਿਉਂਕਿ ਪਹਿਲਾਂ ਮੈਂ ਮੋਬਾਈਲ ਤੋਂ ਜੁਆਇਨ ਕੀਤਾ ਸੀ, ਹੁਣ ਮੈਂ ਲੈਪਟਾਪ ਤੋਂ ਜੁਆਇਨ ਕੀਤਾ ਤੇ ਮੋਬਾਈਲ ਤੋਂ ਲਾਈਵ ਨਹੀਂ ਹੋ ਰਿਹਾ ਸੀ ਪ੍ਰੋਗਰਾਮ। ਸੋ ਇਸ ਜਿਹੜੀ ਤੁਹਾਨੂੰ ਥੋੜੀ ਜਿਹੀ ਸਮੱਸਿਆ ਆਈ ਹੈ ਇਹਦੇ ਲਈ ਬਹੁਤ ਅਫਸੋਸ ਹੈ। ਤੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਸੰਘਰਸ਼ਾਂ ਦੇ ਦੌਰ ਵਿੱਚ ਸ਼ਾਇਰੀ ਦੇ ਜਿੰਨੇ ਵੀ ਐਪੀਸੋਡ ਆਪਾਂ ਕੀਤੇ ਨੇ ਤਾਂ ਉਹ ਸਾਰੇ ਐਪੀਸੋਡ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਸ ਵੇਲੇ ਆਵਾਮ ਦਾ ਇੱਕ ਸੰਘਰਸ਼ ਚੱਲ ਰਿਹਾ ਹੈ ਜਿਹੜਾ ਪੰਜਾਬ ਨੇ ਸ਼ੁਰੂ ਕੀਤਾ ਸੀ, ਪੰਜਾਬ ਦੇ ਸ਼ੁਰੂ ਕਰਨ ਤੋਂ ਬਾਅਦ ਪੂਰੇ ਹਿੰਦੁਸਤਾਨ ਦੇ ਵਿੱਚ ਤੇ ਪੂਰੇ ਹਿੰਦੁਸਤਾਨ ਤੋਂ ਬਾਅਦ ਪੂਰੇ ਵਿਸ਼ਵ ਦੇ ਵਿੱਚ ਉਹ ਸੰਘਰਸ਼ ਫੈਲਿਆ। ਉਸ ਸੰਘਰਸ਼ ਨੂੰ ਆਪਾਂ ਸਾਰੇ ਦੇਖ ਵੀ ਰਹੇ ਹਾਂ, ਉਸ ਸੰਘਰਸ਼ ਦਾ ਆਪਾਂ ਸਾਰੇ ਹਿੱਸਾ ਵੀ ਬਣ ਰਹੇ ਹਾਂ ਤੇ ਉਸ ਸੰਘਰਸ਼ ਨੂੰ ਆਪਾਂ ਆਪਣੀਆਂ ਕਲਮਾਂ ਦੇ ਨਾਲ ਆਵਾਜ਼ ਵੀ ਦੇ ਰਹੇ ਹਾਂ, ਉਹਨੂੰ ਉਸ ਦੀ ਆਵਾਜ਼ ਬਣ ਰਹੇ ਹਾਂ। ਤੇ ਸੰਘਰਸ਼ਾਂ ਦੇ ਦੌਰ ਵਿੱਚ ਸ਼ਾਇਰੀ ਦੇ ਜਿੰਨੇ ਵੀ ਐਪੀਸੋਡ ਕੀਤੇ ਨੇ ਇਹ ਸਾਰੇ ਉਸ ਸੰਘਰਸ਼ ਨੂੰ ਕਲਮਾਂ ਦਾ ਸਹਿਯੋਗ ਹੈ। ਕਲਮਾਂ ਦਾ ਸਹਿਯੋਗ ਕਰਨ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਤੇ ਇਹਦੇ ਵਿੱਚ ਲਗਭਗ ਹੁਣ ਤੱਕ 125 ਦੇ ਕਰੀਬ ਸ਼ਾਇਰ ਆਪਣੀਆਂ ਗਜ਼ਲਾਂ, ਨਜ਼ਮਾਂ ਤੇ ਕਵਿਤਾਵਾਂ ਸਾਂਝੀਆਂ ਕਰ ਚੁੱਕੇ ਨੇ ਤੇ ਮੇਰੇ याद आ रहा है दुष्यंत ਦਾ ਇੱਕ ਸ਼ੇਰ कि ये सारा जिस्म झुक कर बोझ से दोहरा हुआ होगा, मैं सजदे में नहीं था आपको धोखा हुआ होगा, यहाँ तक आते आते सूख जाती हैं कई नदियाँ, मुझे मालूम है पानी कहाँ ठहरा हुआ होगा, यहाँ तो सिर्फ गूंगे और बहरे लोग बसते हैं, खुदा जाने यहाँ पर किस तरह जलसा हुआ होगा। दुष्यंत बहुत देर पहला एक बहुत ਵੱਡੇ ਸੱਚ ਨੂੰ ਆਪਣੀ ਗਜ਼ਲ ਰਾਹੀਂ ਪੇਸ਼ ਕਰਕੇ ਗਿਆ ਹੈ ਕਿ ਜਿਸ ਦੌਰ ਦੇ ਵਿੱਚ ਆਪਾਂ ਰਹਿ ਰਹੇ ਹਾਂ ਇਹ ਦੌਰ ਬਹੁਤ ਸੰਵੇਦਨਹੀਨ ਦੌਰ ਹੈ। ਇਹਦੇ ਵਿੱਚ ਸੱਤਾ ਤੇ ਕਾਬਜ਼ ਲੋਕ ਆਵਾਮ ਦੇ ਦਰਦ ਨੂੰ ਮਹਿਸੂਸ ਨਹੀਂ ਕਰਦੇ ਹੈਗੇ। ਇਸ ਸੰਵੇਦਨਹੀਨਤਾ ਦਾ ਸਿਖਰ ਹੈ ਜਿਹੜਾ ਇਹ ਸੰਘਰਸ਼ ਚੱਲ ਰਿਹਾ ਹੈ। ਇਸ ਸੰਘਰਸ਼ ਦਾ ਸੱਤਾ ਵੱਲੋਂ ਨੋਟਿਸ ਨਾ ਲਿਆ ਜਾਣਾ, ਪਰ ਸੰਘਰਸ਼ ਜਿੰਨੇ ਮਰਜ਼ੀ ਲੰਬੇ ਹੋਣ, ਸੱਤਾ ਜਿੰਨੀ ਮਰਜ਼ੀ ਬੇਦਰਦ ਤੇ ਜ਼ਾਲਮ ਹੋਵੇ, ਆਖਰ ਹਰ ਸੰਘਰਸ਼ ਲੜਿਆ ਜਾਂਦਾ ਤੇ ਹਰ ਸੰਘਰਸ਼ ਜਿੱਤਿਆ ਜਾਂਦਾ ਹੈ ਤੇ ਅਸੀਂ ਕਲਮਾਂ ਦੇ ਕਾਫਲੇ ਦੇ ਰੂਪ ਦੇ ਵਿੱਚ ਇਸ ਸੰਘਰਸ਼ ਨੂੰ ਕੰਟਰੀਬਿਊਟ ਕਰ ਰਹੇ ਹਾਂ, ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ। ਤੇ ਅੱਜ ਮੇਰੇ ਨਾਲ ਨੇ 10 ਸ਼ਾਇਰ ਜਿਨ੍ਹਾਂ ਦਾ ਮੈਂ ਤੁਹਾਡੇ ਨਾਲ ਤਾਰਫ ਕਰਾ ਰਿਹਾ, ਜਿਹਦੇ ਵਿੱਚ ਸਾਡੇ ਲਈ ਬਹੁਤ ਮਾਣਯੋਗ ਸ਼ਾਇਰ, ਬਹੁਤ ਸਮਰੱਥ ਸ਼ਾਇਰ ਪੰਜਾਬੀ ਦੇ ਵਿਜੇ ਵਿਵੇਕ ਸਰ, ਸੁਸ਼ੀਲ ਦੁਸਾਂਝ ਸਰ ਹੁਣੀ ਸਾਡੇ 'ਚ ਇੰਟਰ ਕਰ ਰਹੇ ਨੇ, ਵਿਸ਼ਾਲ ਬਿਆਸ ਹੋਰੀ ਵੀ ਟਰਾਈ ਕਰ ਰਹੇ ਨੇ ਪਰ ਅੰਮ੍ਰਿਤਸਰ ਦੇ ਵਿੱਚ ਥੋੜੀ ਜਿਹੀ ਨੈਟਵਰਕ ਦੀ ਸਮੱਸਿਆ ਚੱਲ ਰਹੀ ਹੈ। ਸ਼ੇਖਰ ਨੇ ਤੇ ਵਿਸ਼ਾਲ ਨੇ ਉੱਥੋਂ ਜੁਆਇਨ ਕਰਨਾ ਹੈ, ਮੇਰੀ ਉਹਨਾਂ ਨਾਲ ਹੁਣੇ ਗੱਲ ਹੋਈ ਹੈ, ਸ਼ਾਇਦ ਉਹਨਾਂ ਦਾ ਜੇ ਕਨੈਕਟ ਹੋ ਗਿਆ ਤਾਂ ਆਪਣੇ ਨਾਲ ਸ਼ਾਮਲ ਹੋਣਗੇ, ਨਹੀਂ ਸ਼ਾਇਦ ਅਗਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ। ਮੈਡਮ ਰਮਨਦੀਪ ਵਿਰਕ ਸਾਡੇ ਨਾਲ ਨੇ, ਕੁਲਦੀਪ ਚਿਰਾਗ ਹੋਰੀ ਸਾਡੇ ਨਾਲ ਜੁਆਇਨ ਕਰ ਚੁੱਕੇ ਨੇ, ਮੈਡਮ ਵਿਜੇਤਾ ਭਾਰਦਵਾਜ ਸਾਡੇ ਨਾਲ ਜੁਆਇਨ ਕਰ ਚੁੱਕੇ ਨੇ, ਪਰਮਜੀਤ ਢਿੱਲੋਂ ਹੋਰੀ ਸਾਡੇ ਨਾਲ ਜੁਆਇਨ ਕਰ ਚੁੱਕੇ ਨੇ, ਰਜਨੀ ਵਾਲੀਆ ਜੀ ਉਹ ਵੀ ਸਾਡੇ ਨਾਲ ਆ ਚੁੱਕੇ ਨੇ ਤੇ ਦੁਖਭੰਜਨ ਸਿੰਘ ਹੋਰੀ ਸਾਡੇ ਨਾਲ ਆ ਚੁੱਕੇ ਨੇ। ਇਹਨਾਂ ਸ਼ਾਇਰਾਂ ਦਾ ਅਸੀਂ ਮੀਡੀਆ ਪ੍ਰਵਾਸ ਵੱਲੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਅੱਜ ਦੀ ਇਸ ਸ਼ਾਇਰੀ ਦੀ ਮਹਿਫਲ ਦਾ ਆਗਾਜ਼ ਕਰੀਏ, ਮੈਂ ਸਿਰਫ 2 ਬੇਨਤੀਆਂ ਤੁਹਾਨੂੰ ਕਰਨੀਆਂ ਨੇ। ਪਹਿਲੀ ਬੇਨਤੀ ਤਾਂ ਇਹ ਹੈ ਕਿ ਤੁਹਾਡੇ ਸਾਰਿਆਂ ਕੋਲੇ 5 ਤੋਂ ਲੈ ਕੇ 7 ਮਿੰਟ ਦਾ ਸਮਾਂ ਹੋਊਗਾ। 5 ਤੋਂ 7 ਮਿੰਟ ਦੇ ਵਿੱਚ ਤੁਸੀਂ ਆਪਣੀ 1 ਕਵਿਤਾ, 2 ਕਵਿਤਾ, 3 ਕਵਿਤਾ, ਕੁਝ ਚੋਣਵੇਂ ਸ਼ੇਅਰ, ਕੁਝ ਵੀ ਸੁਣਾ ਸਕਦੇ ਹੋ ਜੋ ਕੋਈ ਤੁਸੀਂ ਸਾਨੂੰ ਸੁਣਾਉਣਾ ਚਾਹੁੰਦੇ ਹੋ, ਬਿਨਾਂ ਕਿਸੇ ਭੂਮਿਕਾ ਦੇ। ਪਲੀਜ਼ ਸਿੱਧਾ ਆਪਾਂ ਆਪਣੀ ਰਚਨਾ ਸੁਣਾਉਣੀ ਹੈ। ਰਚਨਾ ਆਪਣੇ ਸੰਘਰਸ਼ ਨੂੰ ਸਮਰਪਿਤ ਹੋਣੀ ਚਾਹੀਦੀ ਹੈ, ਇਹ ਪਹਿਲੀ ਕੰਡੀਸ਼ਨ ਹੀ ਹੈ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਪ੍ਰੋਗਰਾਮ ਹੀ ਸਾਰਾ ਇਹ ਸੰਘਰਸ਼ਾਂ ਦੇ ਦੌਰ ਦੀ ਸ਼ਾਇਰੀ ਨੂੰ ਸਮਰਪਿਤ ਹੈ। ਤੇ ਦੂਜੀ ਜਿਹੜੀ ਤਰਤੀਬ ਮੈਂ ਤੁਹਾਨੂੰ ਦੱਸ ਰਿਹਾ ਉਹ ਨੋਟ ਕਰ ਲਓ ਤਾਂ ਕਿ ਥੋੜਾ ਜਿਹਾ ਅਸੀਂ ਮੈਂਟਲੀ ਪ੍ਰਿਪੇਅਰ ਰਹੀਏ। ਸਭ ਤੋਂ ਪਹਿਲਾਂ ਅਸੀਂ ਦੁਖਭੰਜਨ ਸਿੰਘ ਹੋਰਾਂ ਤੋਂ ਸ਼ੁਰੂ ਕਰਾਂਗੇ, ਉਸ ਤੋਂ ਬਾਅਦ ਮੈਡਮ ਰਜਨੀ ਵਾਲੀਆ ਆਪਣਾ ਕਲਾਮ ਪੇਸ਼ ਕਰਨਗੇ, ਉਸ ਤੋਂ ਬਾਅਦ ਪਰਮਜੀਤ ਢਿੱਲੋਂ ਹੋਰੀ, ਫਿਰ ਮੈਡਮ ਵਿਜੇਤਾ ਭਾਰਦਵਾਜ, ਉਸ ਤੋਂ ਬਾਅਦ ਕੁਲਦੀਪ ਚਿਰਾਗ ਹੋਰੀ ਆਪਣੀ ਗਜ਼ਲ ਕਹਿਣਗੇ, ਉਸ ਤੋਂ ਬਾਅਦ ਸ਼ੇਖਰ ਬਿਆਸ ਜੀ ਆਪਣੇ ਨਾਲ ਜੁੜ ਚੁੱਕੇ ਹੋਏ ਉਦੋਂ ਤੱਕ, ਇਹਨਾਂ ਤੋਂ ਬਾਅਦ ਮੈਡਮ ਰਮਨਦੀਪ ਵਿਰਕ, ਉਸ ਤੋਂ ਬਾਅਦ ਵਿਸ਼ਾਲ ਸਰ, ਉਸ ਤੋਂ ਬਾਅਦ ਸੁਸ਼ੀਲ ਦੁਸਾਂਝ ਜੀ
ਤੇ ਸਭ ਤੋਂ ਅਖੀਰ ਤੇ ਮਹਿਫਲ ਦੇ ਸਿਖਰ ਤੇ ਵਿਜੇ ਵਿਵੇਕ ਹੋਰਾਂ ਨੂੰ ਆਪਾਂ ਸੁਣਾਂਗੇ। ਸੋ ਇਹ ਤਰਤੀਬ ਸੀ। ਸੋ ਆਓ ਦੋਸਤੋ, ਆਪਣੀਆਂ ਕਲਮਾਂ ਦੇ ਨਾਲ ਉਸ ਆਵਾਮ ਦੇ ਸੰਘਰਸ਼ ਨੂੰ, ਆਵਾਮ ਦੀ ਪੀੜ ਨੂੰ ਪੇਸ਼ ਕਰਨ ਦਾ ਜੋ ਸਿਲਸਿਲਾ ਮੀਡੀਆ ਪਰਵਾਜ ਵੱਲੋਂ ਸ਼ੁਰੂ ਕੀਤਾ, ਉਹਦੇ ਵਿੱਚ ਆਪਾਂ ਸ਼ਾਮਲ ਹੋਈਏ। ਤੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ ਦੁਖਭੰਜਨ ਸਿੰਘ ਹੋਰਾਂ ਤੋਂ। ਦੁਖਭੰਜਨ ਸਿੰਘ ਹੋਰੀ ਪਿਛਲੇ ਸਮੇਂ ਇੰਡੀਆ ਦੇ ਵਿੱਚ ਆਏ ਹੋਏ ਨੇ। ਇਹਨਾਂ ਦੀ ਆਵਾਜ਼ ਬਹੁਤ ਖੂਬਸੂਰਤ ਹੈ, ਗਾਉਂਦੇ ਬਹੁਤ ਸੋਹਣਾ ਨੇ। ਤੇ ਅਸੀਂ ਇਹਨਾਂ ਨੂੰ ਬੇਨਤੀ ਵੀ ਕਰਾਂਗੇ ਕਿ ਤਰਨਮ ਦੇ ਵਿੱਚ ਗੀਤ ਰੂਪ ਦੇ ਵਿੱਚ ਕੁਝ ਜ਼ਰੂਰ ਸਾਨੂੰ ਸੁਣਾਉਣ। ਦੁਖਭੰਜਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਂਜੀ दुखभंजन सिंह, अपना माइक प्लीज खोलो। जी जी जी, आवाज आ रही है? बिल्कुल आ रही है, बिल्कुल आ रही है जी, थैंक यू सो मच। और मैं बहुत बहुत शुक्रगुजार हाँ अपने भाई साहब भाजी डॉक्टर कुलदीप सिंह दीपपुरा दा और सारिया मायनाज हस्तियां जो भी अज समागम दे विच शिरकत कर रही ने, मेरे लिए बहुत इज्जत दियां हकदार ने। और मैं अपना कलाम पेश करांगा जी, एक दोहड़ा बोलांगा, उसके बाद मैं अपनी रचना बोलांगा जी। तवज्जो चाहना जी। जी जी जी। हाय बड़े चिर मगरों तेरी ईद होइया जिउंदी रह। हाय बड़े चिर मगरों तेरी दीद होइया जिउंदी रहो। मेरा रुकदा रुकदा चल पिया ईसा जिउंदी रहो। तू परतेंगी थोड़े दिनां नूं, तू परतेंगी थोड़े दिनां नूं, मन्याई रब दा पाना जिउंदी रहो। दुख भंजन ते तेरा हक जन्मां दा, ओ फिलहाल तैथों जुदा जिउंदी रहो। हाय बड़े चिर मगरों तेरी दीद होइया जिउंदी रहो। हजूर, मैं अपनी रचना पेश कर रहा जी। और एक छोटी जी बेनती, छोटी जी गुजारिश, मेरी किताब आई है राह जांदा फकीर। उस किताब ਨੂੰ ਆਪਾਂ ਵੀਰ बुक डिपू कपूरथले तो लै सकते हैं। और नंबर 2, कल विसाखी के दिहाड़े ते डी पंजाबी के उत्ते दूरदर्शन केंद्र जलंधर वालों 4 बजे मेरा प्रोग्राम चलाया जाएगा। सारिया दोस्तों को गुजारिश आ वो प्रोग्राम जरूर देखियो। और मैं अपना कलाम अज ही लिखिया सीगा, थोड़ा हट के मैं हिमादा जा चुकिया, मैं वो सुनाना चाहना है। पर किसानी ते होवे जी, संघर्ष ਨੂੰ ਸਮਰਪਿਤ जी, संघर्ष ਨੂੰ ਸਮਰਪਿਤ रचना होगी। मैं आ रहा जी, संघर्ष ਨੂੰ ਲੈ ਕੇ आ रहा। प्लीज प्लीज। जी 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 जी, बिल्कुल बिल्कुल।
जी हाजिर है जी। जी 116 नंबर कहता जी, खुद हाँ मैं मजदूर, खिलरी खुशबू मेरे पसीने ਮੈਨੂੰ ਲੱਗਦਾ ਕਿਤੇ ਡਿਸਕਨੈਕਟ ਹੋ ਗਏ ਦੁਖਪੰਜਨ ਜੀ। ਆਵਾਜ਼ ਦੀ ਸੁਰ ਇੰਨੀ ਚੱਕ ਲਈ ਕਿ ਜ਼ੂਮ ਚੋਂ ਬਾਹਰ ਹੋ ਗਏ। ਉਹ ਪਹਿਲਾਂ ਦੱਸ ਰਹੇ ਸੀ ਕਿ ਪ੍ਰੋਬਲਮ ਹੈ ਜੀ ਨੈਟਵਰਕ ਦੀ। ਓਕੇ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਜਦੋਂ ਆ ਗਏ ਆਪਾਂ ਉਹਨਾਂ ਨੂੰ ਫਿਰ ਜੁਆਇਨ ਕਰਾ ਲਾਂਗੇ। ਹਾਂਜੀ, ਇਸ ਤੋਂ ਬਾਅਦ ਆਪਾਂ ਮੈਡਮ ਰਜਨੀ ਵਾਲੀਆ ਹੋਰਾਂ ਨੂੰ ਸੱਦਾ ਦੇ ਰਹੇ ਹਾਂ। ਮੈਡਮ ਰਜਨੀ ਵਾਲੀਆ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੁਸੀਂ ਆਪਣਾ ਕਲਾਮ ਪੇਸ਼ ਕਰੋ ਪਲੀਜ਼। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੀ ਰਚਨਾ ਹੈ ਜਿੱਤ ਆਪਣੀ। ਜੀ ਤਰਨਮ ਚ ਕਰ ਰਹੀ ਹਾਂ। ਛੱਡ ਹਾਕਮਾਂ ਵੇ ਤੈਨੂੰ ਕਾਹਦਾ ਏ ਗਰੂਰ, ਛੱਡ ਹਾਕਮਾਂ ਵੇ ਤੈਨੂੰ ਕਾਹਦਾ ਏ ਗਰੂਰ, ਸਬਰ ਪਰਖਣਾ ਤੂੰ ਸੋਧ ਹੋਊਗੀ ਜ਼ਰੂਰ, ਬਹੁਤ ਵਧੀਆ। ਹਿੰਮਤ ਦੀ ਹੱਥ ਵਿੱਚ, ਹਿੰਮਤ ਦੀ ਹੱਥ ਵਿੱਚ ਆਰੀ ਰੱਖਿਓ, ਜਿੱਤ ਆਪਣੀ ਜੰਗ ਤੁਸੀਂ ਜਾਰੀ ਰੱਖਿਓ, ਜਿੱਤ ਆਪਣੀ ਜੰਗ ਤੁਸੀਂ ਜਾਰੀ ਰੱਖਿਓ, ਉਹ ਸਭ ਹੂੰਜ ਦਿੰਦੇ ਨੇ ਤੂਫਾਨ ਜਿਹੜੇ ਹੁੰਦੇ, ਝੂਲਦੇ ਹੀ ਰਹਿੰਦੇ ਨੇ ਨਿਸ਼ਾਨ ਜਿਹੜੇ ਹੁੰਦੇ, ਬਹੁਤ ਖੂਬ। ਪੈ ਜੇ ਪੁੱਠੀ ਹਰ ਚਾਲ, ਪੈ ਜੇ ਪੁੱਠੀ ਹਰ ਚਾਲ, ਚੋਟ ਕਰਾਰੀ ਰੱਖਿਓ, ਜਿੱਤ ਆਪਣੀ ਜੰਗ ਤੁਸੀਂ ਜਾਰੀ ਰੱਖਿਓ, ਹੱਕ ਲੈਣਾ ਏ ਤਾਂ ਹਾਕਮਾਂ ਦੀ ਗਿੱਚੀ ਗੋਡਾ ਰੱਖੋ, ਹੱਕ ਲੈਣਾ ਏ ਤੇ ਹਾਕਮਾਂ ਦੀ ਗਿੱਚੀ ਗੋਡਾ ਰੱਖੋ, ਫੂਕੋ ਤਾਨਾਸ਼ਾਹੀ ਇਕੱਠੇ ਹੋ ਜਾਵੋ ਸਭ ਕੱਖੋਂ, ਏਕਾ ਰੱਖਣਾ ਬਣਾ ਕੇ ਅਤੇ ਜਿੱਤ ਨੂੰ ਹੀ ਚੱਖੋ, ਏਕਾ ਰੱਖਣਾ ਬਣਾ ਕੇ ਅਤੇ ਜਿੱਤ ਨੂੰ ਹੀ ਚੱਖੋ, ਉਹਦੇ ਰੇਸ਼ਮ ਤੇ ਮਗੀ ਅੰਗਿਆਰੀ ਰੱਖਿਓ, ਜਿੱਤ ਆਪਣੀ ਏ, ਜਿੱਤ ਆਪਣੀ ਜੰਗ ਤੁਸੀਂ ਜਾਰੀ ਰੱਖਿਓ, ਜਿੱਤ ਆਪਣੀ ਏ। ਬਹੁਤ ਅੱਛੇ। ਦੇਵੋ ਏਕੇ ਦਾ ਸਬੂਤ ਅੱਜ ਸਾਰੇ ਹਾਂ ਇਕੱਠੇ, ਦੇਵੋ ਏਕੇ ਦਾ ਸਬੂਤ ਅੱਜ ਸਾਰੇ ਹਾਂ ਇਕੱਠੇ, ਨਾ ਤੀਲਾ ਤੀਲਾ ਹੋਇਓ ਬਣ ਜਾਇਓ ਹੁਣ ਗੱਠੇ, ਇੱਕੋ ਵੇੜੇ ਕਾਂਡੀ ਦਾਤੀਆਂ ਤੇ ਪੱਠੇ, ਨਜ਼ਰਬਾਜ਼ ਵਾਲੀ, ਨਜ਼ਰਬਾਜ਼ ਵਾਲੀ ਤੇ ਅੰਬਰੀ ਉਡਾਰੀ ਰੱਖਿਓ, ਜਿੱਤ ਆਪਣੀ ਜੰਗ ਤੁਸੀਂ ਜਾਰੀ ਰੱਖਿਓ, ਸੰਘਰਸ਼ ਵਿੱਚ ਸੂਰਮੇ ਤਿਆਰ ਚਾਹੀਦੇ, ਸੰਘਰਸ਼ ਵਿੱਚ ਸੂਰਮੇ ਤਿਆਰ ਚਾਹੀਦੇ, ਕਦਮ ਨਾਲ ਕਦਮ ਇੱਕ
ਚਾਹੀਦੇ ਤੁਸੀਂ ਡੋਲਿਓ ਨਾ ਮਿਆਰੀ ਰੱਖਿਓ ਜਿੱਤ ਆਪਣੀਏ ਜਿੱਤ ਆਪਣੀਏ ਜੰਗ ਤੁਸੀਂ ਜਾਰੀ ਰੱਖਿਓ ਜਿੱਤ ਆਪਣੀਏ। बहुत अच्छा जी। ਚੁਬੋ ਹਾਕਮ ਦੀ ਹਿੱਕ ਉੱਤੇ ਚੁਬੋ ਹਾਕਮ ਦੀ ਹਿੱਕ ਉੱਤੇ ਖਾਰ ਬਣ ਕੇ ਦਿਖਾਓ ਚਾਕੂਆਂ ਨੂੰ ਵੀ ਤਲਵਾਰ ਬਣ ਕੇ ਚੁਬੋ ਹਾਕਮ ਦੀ ਹਿੱਕ ਉੱਤੇ ਖਾਰ ਬਣ ਕੇ ਦਿਖਾਓ ਚਾਕੂਆਂ ਨੂੰ ਵੀ ਤਲਵਾਰ ਬਣ ਕੇ ਹੋਵੇ ਇੱਕ ਤੇ ਦਿਸੋ ਸਭ ਹਜ਼ਾਰ ਬਣ ਕੇ ਕਪਤਾਨ ਤੁਸੀਂ ਚੋਟੀ ਦਾ ਖਿਡਾਰੀ ਰੱਖਿਓ ਜਿੱਤ ਆਪਣੀਏ ਜਿੱਤ ਆਪਣੀਏ ਜੰਗ ਤੁਸੀਂ ਜਾਰੀ ਰੱਖਿਓ ਜਿੱਤ ਆਪਣੀਏ। ਰਜਨੀਕਾਰ ਆਪਣੇ ਪੰਜਾਲੀਆਂ ਤੇ ਹਾਲ ਖੜਨੇ ਅਸੀਂ ਬਾਹਾਂ ਵਿੱਚ ਆਪਣੇ ਨੇ ਬਲ ਭਰਨੇ ਰਹਿਣਾ ਧੋਖੇ ਵਿੱਚ ਨਹੀਂ ਅਸੀਂ ਛਲ ਖੜਨੇ ਰਹਿਣਾ ਧੋਖੇ ਵਿੱਚ ਨਹੀਂ ਅਸੀਂ ਛਲ ਖੜਨੇ ਤੁਸੀਂ ਆਪਣੇ ਬਨੇਰੇ ਸ਼ਿੰਗਾਰੀ ਰੱਖਿਓ ਜਿੱਤ ਆਪਣੀਏ ਜਿੱਤ ਆਪਣੀਏ ਜੰਗ ਤੁਸੀਂ ਜਾਓ ਜਿੱਤ ਆਪਣੀਏ ਜੰਗ ਤੁਸੀਂ ਜਾਰੀ ਰੱਖਿਓ ਜਿੱਤ ਆਪਣੀਏ। ਧੰਨਵਾਦ ਜੀ। बहुत अच्छा, बहुत बढ़िया जी। बाबा जी मेरी कनेक्शन कटिया गया सी जी। हाँ कोई नहीं जी। ਹੁਣ ਜੁੜਿਆ ਮੈਂ ਇਸੀ ਮੈਡਮ ਰਜਨੀ ਵਾਲੀਆ ਤੇ ਆਪਾਂ ਦੁਖਪੰਜਨ ਹੋਰਾਂ ਨੂੰ ਦੁਬਾਰਾ ਸੁਣਦੇ ਆ। ਇਹਨਾਂ ਦਾ ਗੀਤ ਵਿੱਚ ਰਹਿ ਗਿਆ ਸੀ। ਦੁਖਪੰਜਨ ਜੀ ਸਵਾਗਤ ਹੈ ਤੁਹਾਡਾ। ਹਾਂਜੀ ਸਰ जी स्टार्ट करा जी। हाँ बिल्कुल। खुद हाँ मैं मजदूर खिलरी खुशबू मेरे पसीने दी सेक कदे तू आके हाथ मां अग मेरे इस सीने दी तू ना जाने भुख की होवे सोवा रात नू भुखा मैं तू ना जाने भुख की होवे सोवा रात नू भुखा मैं अपने हथी कुटा चूरी मैं तेरे कबूतर चीने दी खुद हाँ मैं मजदूर खिलरी खुशबू मेरे पसीने दी तोड़ के सुटा विच चुराहे तू बंदिशां जड़ियां लाउना तोड़ के सुटा विच चुराहे तू बंदिशां जड़ियां लाउना नहीं करदा परवाह मजदूरों मैं ऐसे मां दे दीने दी खुद हाँ मैं मजदूर खिलरी खुशबू मेरे पसीने दी सेक कदे तू आके हाक मां अग मेरे इस सीने दी चुंदा वेख पसीना मेरा तैनू ऐसी हेठ तरेली
ਆਵੇ ਚੁੰਦਾ ਵੇਖ ਪਸੀਨਾ ਮੇਰਾ ਤੈਨੂੰ ਐਸੀ ਹੇਠ ਤਰੇੜੀ ਆਵੇ ਤੈਨੂੰ ਰਤਾ ਕਦਰ ਨਹੀਂ ਕਮਲਿਆ ਤੇਰੇ ਕੋਲ ਨਗੀਨੇ ਦੀ खुद हाँ मैं मजदूर खिलरी खुशबू मेरे पसीने दी सेक कदे तू आके हाकमा अग मेरे इस सीने दी जदों तू हक नू मारन लगदा मजदूर तदे बगावत करदा जदों तू हक नू मारन लगदा मजदूर तदे बगावत करदा खुद दी गल मैं करां कदे ना करां अलियां रंधावे सीने दी खुद हाँ मैं मजदूर खिलरी खुशबू मेरे पसीने दी अड़ियां ना करता रुफ अपना मैं किसे रोज करवा देना अड़ियां ना करता रुफ अपना मैं किसे रोज करवा देना फिर ना आखी जे सींड कढ़ाती नक तेरे सुखीने दी खुद हाँ मैं मजदूर खिलरी खुशबू मेरे पसीने दी खा सकदे ओ सब कुछ लेके पर मजबूरी खाना नहीं खा सकते हो सब कुछ लेके पर मजबूरी खाना नहीं मैं खावा नाल सुकून दे बह के रोटी चटनी नाल पुदीने दी खुद हाँ मैं मजदूर खिलरी खुशबू मेरे पसीने दी दस दे जाके जीनू दसना दुख पंजन मानव दे नाल रलिया फिरदा दस दे जाके जीनू दसना दुख पंजन मानव दे नाल रलिया फिरदा सुन मरिया तां हक लै के मरांगा मैनू सोए उस रज़ीने दी खुद हाँ मैं मजदूर खिलरी खुशबू मेरे पसीने दी सेक कदे तू आके हाकमा अग मेरे इस सीने दी धन्यवाद जी बहुत बहुत शुक्रिया डॉक्टर साहब बहुत बहुत शुक्रिया दुखपंजन जी बहुत खूबसूरत आवाज़ है ਤੁਹਾਡੀ ਇਸੇ ਤਰ੍ਹਾਂ ਲਿਖਦੇ ਰਹੋ ਤੇ ਇਸੇ ਤਰ੍ਹਾਂ ਗਾਉਂਦੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤੋ ਸਾਡੇ ਨਾਲ ਕੁਝ ਹੋਰ ਬਹੁਤ ਸ਼ਾਇਰ ਤੇ ਦਰਸ਼ਕ ਜੁੜੇ ਹੋਏ ਨੇ ਜਿਹਦੇ ਵਿੱਚ ਮੈਂ ਸਵਾਗਤ ਕਰਦਾ ਮੈਡਮ ਮਨਦੀਪ ਔਲਖ ਹੋਰਾਂ ਦਾ ਗੁਰਜੰਟ ਸਿੰਘ ਚਹਿਲ ਹੋਰੀ ਨੇ ਬਮਲਜੀਤ ਮਾਨ ਨੇ ਮੈਡਮ ਰਾਜਮਿੰਦਰ ਜਟਾਣਾ ਨੇ ਰਤਨ ਢਿੱਲੋਂ ਸਰ ਨੇ ਰੁਪਿੰਦਰ ਢਿੱਲੋਂ ਮੈਡਮ ਸਤਨਾਮ ਚੌਹਾਨ ਸੁਖ ਖੰਨਾ ਤੇ ਹੋਰ ਕਈ ਦੋਸਤ ਸਾਡੇ ਨਾਲ
ਜਿਹੜੇ ਜੁੜੇ ਹੋਏ ਨੇ ਉਹ ਲਗਾਤਾਰ ਸੁਣ ਵੀ ਰਹੇ ਨੇ, ਦਾਦ ਵੀ ਦੇ ਰਹੇ ਨੇ, ਇਨਬਾਕਸ ਸਾਨੂੰ ਮੈਸੇਜ ਵੀ ਕਰ ਰਹੇ ਨੇ। ਸੋ ਅਸੀਂ ਇਹਨਾਂ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਗਗਨਦੀਪ ਢਿੱਲੋਂ ਹੋਰੀ ਵੀ ਸਾਡੇ ਨਾਲ ਨੇ, ਜਿਹੜੇ ਹਰ ਵਾਰ ਜੁੜਦੇ ਨੇ। ਤੇ ਇੱਕ ਬੇਨਤੀ ਮੈਂ ਤੁਹਾਨੂੰ ਕਰੂੰਗਾ ਇਸ ਤੋਂ ਪਹਿਲਾਂ ਕਿ ਮੈਂ ਪਰਮਜੀਤ ਢਿੱਲੋਂ ਹੋਰਾਂ ਨੂੰ ਇਨਵਾਈਟ ਕਰਾਂ ਕਿ ਤੁਸੀਂ ਆਪਣੇ ਮਾਈਕ ਖੋਲ ਸਕਦੇ ਹੋ। ਜਿਹੜੇ ਸ਼ਾਇਰ ਸ਼ਾਮਲ ਨੇ ਅੱਜ ਦੀ ਇਸ ਮਹਿਫਲ ਦੇ ਵਿੱਚ, ਤੁਸੀਂ ਦਾਦ ਦੇ ਸਕਦੇ ਹੋ, ਤੁਸੀਂ ਇੰਜੋਏ ਕਰ ਸਕਦੇ ਹੋ, ਕਮੈਂਟ ਕਰ ਸਕਦੇ ਹੋ। ਮਤਲਬ ਜਿਹੜੇ ਇਨਵਾਈਟਡ ਸ਼ਾਇਰ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਮਾਈਕ ਪਲੀਜ਼ ਅਨਮਿਊਟ ਕਰ ਲੈਣ, ਕਿਉਂਕਿ ਸ਼ਾਇਰ ਨੂੰ ਉਨੀ ਦੇਰ ਤੱਕ ਸ਼ਾਇਦ ਆਨੰਦ ਨਾ ਆਵੇ ਜਿੰਨੀ ਦੇਰ ਤੱਕ ਅਸੀਂ ਉਹਦੇ ਸ਼ੇਅਰ ਨੂੰ ਦਾਦ ਨਾ ਦਈਏ, ਉਹਦੇ ਕਵਿਤਾ ਨੂੰ, ਉਹਦੇ ਸ਼ਬਦਾਂ ਨੂੰ ਦਾਦ ਨਾ ਦਈਏ। ਤੇ ਸਾਡੇ ਵਿਚਕਾਰ ਨੇ ਨੌਜਵਾਨ ਸ਼ਾਇਰ ਪਰਮਜੀਤ ਢਿੱਲੋਂ। ਪਰਮਜੀਤ ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੰਘਰਸ਼ਾਂ ਦੇ ਦੌਰ ਦੀ ਸ਼ਾਇਰੀ ਦਾ ਕਿਹੜਾ ਰੰਗ ਸਾਡੇ ਨਾਲ ਸਾਂਝਾ ਕਰੋਗੇ? ਆਓ ਜੀ। ਹਾਂਜੀ ਸਰ ਜੀ ਬਹੁਤ ਸ਼ੁਕਰੀਆ ਸਰ। ਜੀ ਮੈਂ ਕੁਝ ਪਹਿਲਾਂ ਸ਼ੇਅਰ ਤੇ ਫਿਰ ਇੱਕ ਕਵਿਤਾ ਤੁਹਾਡੇ ਨਾਲ ਸ਼ੇਅਰ ਕਰੂੰਗਾ। ਜੀ ਜੇ ਜੀ ਤੁਹਾਡਾ ਹੁਕਮ ਹੋਇਆ ਕਿ ਸੰਘਰਸ਼ ਦੇ ਦੌਰ ਨਾਲ ਸੰਬੰਧਿਤ ਹੋਵੇ, ਤੇ ਜੋ ਤੁਸੀਂ ਮਾਈਕ ਖੋਲਣ ਵਾਲੀ ਗੱਲ ਕਹੀ ਉਹਦੇ ਨਾਲ ਮੈਨੂੰ ਬਹੁਤ ਖੁਸ਼ੀ ਹੋਈ ਹੈ। ਜੀ 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 ਬਿਲਕੁਲ 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 ਜੀ ਸ਼ੇਅਰ ਹਾਜ਼ਰ ਹੈ ਕਿ ਹਾਕਮਾ ਤੂੰ ਪਰਖ ਲੈ ਜਿੰਨਾ ਅਸਾਂ ਨੂੰ ਪਰਖਣਾ। ਅੱਛਾ। ਹਾਕਮਾ ਤੂੰ ਪਰਖ ਲੈ ਜਿੰਨਾ ਅਸਾਂ ਨੂੰ ਪਰਖਣਾ। ਹੱਕ ਆਪਣੇ ਲੈ ਕੇ ਹੀ ਆਖਿਰ ਅਸਾਂ ਨੇ ਉੱਠਣਾ। ਵਾਹ। ਹਾਕਮਾ ਤੂੰ ਪਰਖ ਲੈ ਜਿੰਨਾ ਅਸਾਂ ਨੂੰ ਪਰਖਣਾ। ਹੱਕ ਆਪਣੇ ਲੈ ਕੇ ਹੀ ਆਖਿਰ ਅਸਾਂ ਨੇ ਉੱਠਣਾ। ਔਰ ਸਿਰ ਕਲਮ ਹੋ ਜਾਣ ਚਾਹੇ ਕੱਟ ਜਾਵੇ ਬੰਦ ਬੰਦ। ਸਿਰ ਕਲਮ ਹੋ ਜਾਣ ਚਾਹੇ, ਹਾਂਜੀ, ਚਾਹੇ ਕੱਟ ਜਾਵੇ ਬੰਦ ਬੰਦ। ਨੰਗੀਆਂ ਤੇਗਾਂ ਤੇ ਸਿੱਖਿਆ ਹੈ ਅਸਾਂ ਨੇ ਨੱਚਣਾ। ਵਾਹ ਵਾਹ ਵਾਹ। ਸ਼ੁਕਰੀਆ ਸਰ ਜੀ। ਇਹ ਸ਼ਾਂਤ ਬੈਠੇ ਇਹ ਨਾ ਸਮਝੀ ਡਰ ਗਏ ਜਾਂ ਮਰ ਗਏ। ਸ਼ਾਂਤ ਬੈਠੇ ਇਹ ਨਾ ਸਮਝੀ ਡਰ ਗਏ ਜਾਂ ਮਰ ਗਏ। ਸੀਨਿਆਂ ਦੀ ਅੱਗ ਨੇ ਸਭ ਜਾਲਣਾ ਜਦ ਮੱਚਣਾ। ਬਹੁਤ ਅੱਛਾ। ਅੱਛਾ। ਸੀਨਿਆਂ ਦੀ ਅੱਗ ਨੇ ਸਭ ਜਾਲਣਾ ਜਦ ਮੱਚਣਾ। ਔਰ ਇੱਕ ਡਰ ਜੋ ਹਾਕਮ ਦੇ ਦਿਲ ਚ ਆਇਆ ਹੋਇਆ ਉਹਦੇ ਲਈ ਕੋਈ ਸ਼ੇਅਰ ਹੈ ਕਿ ਕਹੇ ਹਾਕਮ ਕਿਵੇਂ ਇਹ ਜੋਸ਼ ਆਇਆ ਹੈ ਕਿਸਾਨਾਂ ਨੂੰ। ਕਹੇ ਹਾਕਮ ਕਿਵੇਂ ਇਹ ਜੋਸ਼ ਆਇਆ ਹੈ ਕਿਸਾਨਾਂ ਨੂੰ। ਕਿਵੇਂ ਧਰਤੀ ਦੇ ਪੁੱਤਰਾਂ ਦਾ ਪਿਆ ਹੱਥ ਆਸਮਾਨਾਂ ਨੂੰ। ਕਹੇ ਹਾਕਮ ਕਿਵੇਂ ਇਹ ਜੋਸ਼ ਆਇਆ ਹੈ ਕਿਸਾਨਾਂ ਨੂੰ। ਕਿਵੇਂ ਧਰਤੀ ਦੇ ਪੁੱਤਰਾਂ ਦਾ ਪਿਆ ਹੱਥ ਆਸਮਾਨਾਂ ਨੂੰ। ਕਿਵੇਂ ਹੁਣ ਖੇਤ ਵਾੜਾਂ ਨੂੰ ਹੀ ਝਿੜਕਾਂ ਦੇਣ ਲੱਗੇ ਨੇ। ਵਾਹ ਬਹੁਤ ਵਧੀਆ ਪਰਮਜੀਤ। ਸ਼ੁਕਰੀਆ ਜੀ। ਕਿਵੇਂ ਹੁਣ ਖੇਤ ਵਾੜਾਂ ਨੂੰ ਹੀ ਝਿੜਕਾਂ ਦੇਣ ਲੱਗੇ ਨੇ। ਪਿਆ ਇਮਾਨਦਾਰਾਂ ਦਾ ਸ਼ਿਕੰਜਾ ਬੇਈਮਾਨਾਂ ਨੂੰ। ਕਿਵੇਂ ਦਿੱਲੀ ਤਲਕ ਪਹੁੰਚੇ ਇਹ ਖੇਤਾਂ ਦੇ ਸੀ ਸਾਧੂ ਜੋ। ਕਿਵੇਂ ਦਿੱਲੀ ਤਲਕ ਪਹੁੰਚੇ ਇਹ ਖੇਤਾਂ ਦੇ ਸੀ ਸਾਧੂ ਜੋ। ਬਿਠਾਵਾਂ ਮਾਰ ਕੇ ਬੁਸ਼ਕਰ ਕਿਵੇਂ ਅਥਰੇ ਹੋਏ ਸਾਨਾਂ ਨੂੰ। ਬਹੁਤ ਅੱਛਾ। ਔਰ ਸ਼ੇਰ ਦੇਖਣਾ ਕਿ ਤੂੰ ਮੁੱਲ ਖਰੀਦਣਾ ਚਾਹਿਆ ਗਲੀਪਾਂ ਤਖਤੀਆਂ ਮੈਡਲ। ਤੂੰ ਮੁੱਲ ਖਰੀਦਣਾ ਚਾਹਿਆ ਗਲੀਪਾਂ ਤਖਤੀਆਂ ਮੈਡਲ। ਅਸੀਂ ਠੋਕਰ ਤੇ ਰੱਖਿਆ ਹੈ ਤੇਰੇ ਸ਼ਾਹੀ ਇਨਾਮਾਂ ਨੂੰ। ਬਹੁਤ ਅੱਛਾ। ਵਾਹ ਸਰ ਕੀ ਬਾਤ। ਔਰ ਇੱਕ ਹਾਕਮ ਦੇ ਦਿਲ ਚ ਡਰ ਹੈ ਜੋ ਬਿਆਨ ਨੂੰ ਦੇਖੋ ਕਿਸ ਤਰ੍ਹਾਂ ਕਿ ਕਿਵੇਂ ਕੁਰਸੀ ਬਚਾਵੇ ਤੇ ਕਿਵੇਂ ਯਾਰੀ ਨਿਭਾਵੇ ਹੁਣ। ਕਿਵੇਂ ਕੁਰਸੀ ਬਚਾਵੇ ਤੇ ਕਿਵੇਂ ਯਾਰੀ ਨਿਭਾਵੇ ਹੁਣ। ਹੈ ਹਿੱਲਿਆ ਤਾਜ ਸਿਰ ਦਾ ਤੇ ਪਿਆ ਡਰ ਖੱਬੀ ਖਾਨਾ ਨੂੰ। ਬਹੁਤ ਅੱਛਾ। ਹੈ ਹਿੱਲਿਆ ਤਾਜ ਸਿਰ ਦਾ ਤੇ ਪਿਆ ਡਰ ਖੱਬੀ ਖਾਨਾ ਨੂੰ। ਇੱਕ ਕਵਿਤਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨੀ ਚਾਹੁੰਦਾ ਕਿ ਦਿੱਲੀ ਤੋਂ ਜਦੋਂ ਵਾਪਸ ਆਏ ਇੱਕ ਹੱਡ ਬੀਤੀ ਵੀ ਕਹਿ ਸਕਦੇ ਹਾਂ। ਖੇਤ ਗੇੜਾ ਮਾਰਿਆ ਕਣਕ ਨੂੰ ਤਾਂ ਇੱਕ ਕਣਕ ਦੇ ਨਾਲ ਗੱਲਬਾਤ ਹਨਾ। ਕੀ ਬਾਤ ਹੈ। ਆਇਆ ਚੇਤ ਤੇ ਫਸਲ ਜਵਾਨ ਹੋਈ।
ਆਇਆ ਚੇਤ ਤੇ ਫਸਲ ਜਵਾਨ ਹੋਈ, ਵਗੇ ਪੁਰਾ ਤੇ ਹਸਲ ਹਰਾਮ ਦੀਏ। ਕਿੰਨਾ ਚਿਰ ਹੋਇਆ ਬਾਪੂ ਤੱਕਿਆ ਨਹੀਂ, ਅੱਜ ਵੀਰੇ ਨੂੰ ਆਖ ਸੁਣਾਉਂਦੀਏ। ਵਾਹ। ਕਿੰਨਾ ਚਿਰ ਹੋਇਆ ਬਾਪੂ ਤੱਕਿਆ ਨਹੀਂ, ਅੱਜ ਵੀਰੇ ਨੂੰ ਆਖ ਸੁਣਾਉਂਦੀਏ। ਔਰ ਵੀਰਾ ਜਵਾਬ ਦਿੰਦਾ ਕਿ ਵੀਰਾ ਆਖਦਾ ਬਾਪੂ ਦਿੱਲੀ ਜਾਏ ਬੈਠਾ, ਸਾਡੇ ਹੱਕਾਂ ਦੀ ਰਾਖੀ ਕਰਨ ਕਣਕੇ। ਵਾਹ। ਵੀਰਾ ਆਖਦਾ ਬਾਪੂ ਦਿੱਲੀ ਜਾਏ ਬੈਠਾ, ਸਾਡੇ ਹੱਕਾਂ ਦੀ ਰਾਖੀ ਕਰਨ ਕਣਕੇ। ਹਾਕਮ ਚੰਦਰੇ ਘੜੇ ਕਾਨੂੰਨ ਭੈੜੇ, ਸਾਡਾ ਕਰ ਛੱਡਿਆ ਏ ਮਰਨ ਕਣਕੇ। ਔਰ ਹਾਕਮ ਭੁੱਖਿਆਂ ਦੇ ਥਾਲੋਂ ਚੁੱਕ ਰੋਟੀ, ਹਾਕਮ ਭੁੱਖਿਆਂ ਦੇ ਥਾਲੋਂ ਚੁੱਕ ਰੋਟੀ, ਲੱਗਾ ਰੱਜਿਆਂ ਦੇ ਬੱਬਰ ਭਰਨ ਕਣਕੇ। ਬਹੁਤ ਅੱਛਾ। ਔਰ ਵੀਰੇ ਨੂੰ ਹੌਸਲਾ ਦਿੰਦੀ ਹੈ ਕਿ ਵੀਰਾ ਰੋ ਨਾ, ਕਣਕ ਹੌਸਲਾ ਦਿੰਦੀ ਆ, ਵੀਰਾ ਰੋ ਨਾ ਅੱਖੋਂ ਨਾ ਕੇਰ ਹੰਝੂ, ਵੀਰਾ ਰੋ ਨਾ ਅੱਖੋਂ ਨਾ ਕੇਰ ਹੰਝੂ, ਫਸਲ ਵੀਰ ਦਾ ਸਿਰ ਸਹਿਲਾਮਦੀ ਏ। ਉਹ ਦੇਖ ਦਿੱਲੀ ਦੇ ਕੋਲ ਵੀ ਪਿੰਡ ਵਸ ਗਏ, ਉਹ ਵੇਖ ਦਿੱਲੀ ਦੇ ਕੋਲ ਵੀ ਪਿੰਡ ਵਸ ਗਏ, ਜਿੱਥੋਂ ਮਹਿਕ ਪੰਜਾਬ ਦੀ ਆਮਦੀ ਏ। ਔਰ ਜ਼ੁਲਮੀ ਹਾਕਮ ਨਹੀਂ ਸਾਨੂੰ ਰੋਲ ਸਕਦਾ, ਜ਼ੁਲਮੀ ਹਾਕਮ ਨਹੀਂ ਸਾਨੂੰ ਰੋਲ ਸਕਦਾ, ਬਾਪੂ ਜਿੱਤ ਕੇ ਆਵੇਗਾ ਜ਼ਰੂਰ ਵੀਰੇ, ਜਬਰ ਜ਼ੁਲਮ ਦਾ ਟਾਕਰਾ ਰਲ ਕਰਨਾ, ਕਰਨਾ ਹਾਕਮ ਦਾ ਚੂਰ ਗਰੂਰ ਵੀਰੇ, ਕਰਨਾ ਹਾਕਮ ਦਾ ਚੂਰ ਗਰੂਰ ਵੀਰੇ। तो ऐसी मेरी कविता सर। क्या बात है। बहुत शुक्रिया सर, बहुत अच्छे। बहुत बहुत शुक्रिया सर। ਤੁਹਾਡੇ ਇਹਨਾਂ ਬੋਲਾਂ ਤੋਂ ਮੇਰੇ ਬਹੁਤ ਪਹਿਲਾਂ ਪੜ੍ਹੇ ਕੁਝ ਬੋਲ ਯਾਦ ਆ ਗਏ। ਇੱਕ ਓਪੇਰਾ ਪੰਜਾਬ ਦੇ ਵਿੱਚ ਖੇਡਿਆ ਜਾਂਦਾ ਸੀ, ਹਾੜੀਆਂ ਸੌਣੀਆਂ, ਜੋਗਿੰਦਰ ਬਾਹਰਲੇ ਦਾ ਲਿਖਿਆ ਹੋਇਆ। ਉਹਦੇ ਕੁਝ ਬੋਲ ਨੇ ਕਿ ਜਿਨ੍ਹਾਂ ਖੇਤਾਂ ਵਿੱਚ ਪੁਸ਼ਤਾਂ ਨੂੰ ਗਾਲਿਆ ਮੈਂ, ਅੱਜ ਤੀਕ ਨਾ ਬਣੇ ਮਲਕੀਤ ਮੇਰੀ, ਮੈਂ ਹਾਂ ਵਾਹੁਣ ਵਾਲਾ ਤੇ ਕੋਈ ਖਾਣ ਵਾਲਾ, ਮੁੱਢ ਤੋਂ ਚੱਲੀ ਹੈ ਰੀਤ ਮੇਰੀ, ਸੁਣੋ ਹਾੜੀਓ ਨੀ ਸੁਣੋ ਸੌਣੀਓ ਨੀ, ਗੂੜੀ ਤੁਸਾਂ ਦੇ ਨਾਲ ਪ੍ਰੀਤ ਮੇਰੀ, ਸਿਰੇ ਬੰਨ ਕੇ ਲਿਆਵਾਂਗਾ ਲਾੜੀਓ ਨੀ, ਜਿਸ ਦਿਨ ਖੇਤਾਂ 'ਚ ਹੋਵੇਗੀ ਜੀਤ ਮੇਰੀ, ਜਿਸ ਦਿਨ ਖੇਤਾਂ 'ਚ ਮੇਰੀ। ਬਹੁਤ ਵਧੀਆ। ਲਗਭਗ 50 ਸਾਲ ਤੋਂ ਸੰਘਰਸ਼ਾਂ ਦੀ ਸ਼ਾਇਰੀ ਅੱਜ ਦੀ ਨਹੀਂ, ਸੰਘਰਸ਼ਾਂ ਦੀ ਸ਼ਾਇਰੀ ਬਹੁਤ ਦੇਰ ਪਹਿਲਾਂ ਦੀ ਹੈ। ਸਾਡੇ ਨਾਲ ਰਾਜਵੰਤ ਕੌਰ ਪ੍ਰੀਤ ਕੈਨੇਡਾ ਤੋਂ ਜੁੜੇ ਹੋਏ ਨੇ, ਜਿਹੜੇ ਇਪਟਾ ਦੇ ਦੌਰ ਦੇ ਵਿੱਚ ਨਾਟਕਾਂ 'ਚ ਕੰਮ ਕਰਦੇ ਰਹੇ ਨੇ। ਸੁਰਿੰਦਰ ਕੌਰ ਹੋਰਾਂ ਦੇ ਨਾਲ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਾਡੇ ਨਾਲ ਅਮਨੀਤ ਹੋਰੀ ਜੁੜੇ ਹੋਏ ਨੇ, ਜਿਨ੍ਹਾਂ ਨੇ ਅਗਲੇ ਪ੍ਰੋਗਰਾਮ ਦੇ ਵਿੱਚ ਆਪਣੀ ਕਵੀ ਦੇ ਤੌਰ ਤੇ ਸ਼ਾਮਲ ਹੋਣਾ ਹੈ। ਸੋ ਅਸੀਂ ਸਾਰਿਆਂ ਦਾ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ। ਤੇ ਆਓ ਹੁਣ ਆਪਾਂ ਸੁਣਦੇ ਹਾਂ ਵਿਜੇਤਾ ਭਾਰਦਵਾਜ ਹੋਰਾਂ ਨੂੰ। ਵਿਜੇਤਾ ਭਾਰਦਵਾਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। प्रिया सर ਜੀ ਸਭ ਨੂੰ ਬੜੀ ਸਤਿ ਸ਼੍ਰੀ ਅਕਾਲ, ਔਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਹਨੂੰ ਆਪਣੇ ਨਾਲ ਜੋੜਨ ਦੇ ਲਈ। ਤੋ ਅਰਜ਼ ਕਰ ਰਹੀ ਹਾਂ ਮੇਰੀ ਪਹਿਲੀ ਕਵਿਤਾ। ਲਿਖਦੀ ਹਾਂ, ਟਕਰਾਉਂਦੇ ਵਿਚਾਰਾਂ ਦਾ ਹਾਲ ਲਿਖਦੀ ਹਾਂ, ਟਕਰਾਉਂਦੇ ਵਿਚਾਰਾਂ ਦਾ ਹਾਲ ਲਿਖਦੀ ਹਾਂ, ਕੁਝ ਦੱਬੇ ਤੇ ਕੁਝ ਦਿਲ 'ਚ ਉੱਠਦੇ ਉਬਾਲ ਲਿਖਦੀ ਹਾਂ। ਬਹੁਤ ਅੱਛਾ। ਰੋਕ ਸਕਦੀ ਨਹੀਂ, ਰੋਕ ਸਕਦੀ ਨਹੀਂ ਠਾਠਾ ਮਾਰਦੇ ਜਜ਼ਬਾਤਾਂ ਨੂੰ, ਰੋਕ ਸਕਦੀ ਨਹੀਂ ਠਾਠਾ ਮਾਰਦੇ ਜਜ਼ਬਾਤਾਂ ਨੂੰ, ਅੱਖਾਂ 'ਚੋਂ ਨਜ਼ਰ ਆਉਂਦੇ ਡੂੰਘੇ ਸਵਾਲ ਲਿਖਦੀ ਹਾਂ। ਬਹੁਤ ਅੱਛੇ। ਬੇਬਸ ਲੋਕਾਂ ਦੀਆਂ ਭੋਲੀਆਂ ਖਾਹਿਸ਼ਾਂ ਨੂੰ ਘੁੱਟਦਿਆਂ, ਬੇਬਸ ਲੋਕਾਂ ਦੀਆਂ ਭੋਲੀਆਂ ਖਾਹਿਸ਼ਾਂ ਨੂੰ ਘੁੱਟਦਿਆਂ, ਮਰਦੇ ਜਾਂਦੇ ਦਿਲਾਂ ਦੇ ਅਹਿਸਾਸ ਲਿਖਦੀ ਹਾਂ। ਟੁਰਦੇ ਜਾਂਦੇ ਛਾਲੇ ਫਿਸ ਪੈਣੇ ਪੈਰਾਂ ਦੇ, ਟੁਰਦੇ ਜਾਂਦੇ ਛਾਲੇ ਫਿਸ ਪੈਣੇ ਪੈਰਾਂ ਦੇ, ਲਹੂ ਦੇ ਹਰ ਕਤਰੇ ਨੂੰ ਅੰਗਿਆਰ ਲਿਖਦੀ ਹਾਂ। ਟਕਰਾਉਂਦੇ ਵਿਚਾਰਾਂ ਦਾ ਹਾਲ ਲਿਖਦੀ ਹਾਂ। ਭਾਵਨਾਵਾਂ ਕਦੇ ਨਾ ਮਰਦੀਆਂ ਇੱਕ ਚੰਗੇ ਦਿਲ ਦੀਆਂ, ਭਾਵਨਾਵਾਂ ਕਦੇ ਨਾ ਮਰਦੀਆਂ ਇੱਕ ਚੰਗੇ ਦਿਲ ਦੀਆਂ, ਉਸੇ ਦਿਲ 'ਚੋਂ ਉੱਠਦੇ ਖਿਆਲ ਲਿਖਦੀ ਹਾਂ। ਸੋਝੀ ਪੈ ਹੀ ਜਾਵੇ ਬੁੱਧੀ ਜੀਵੀਆਂ ਨੂੰ, ਸੋਝੀ ਪੈ ਹੀ ਜਾਵੇ ਬੁੱਧੀ ਜੀਵੀਆਂ ਨੂੰ, ਪਈਆਂ ਵੰਡਾਂ ਤੇ ਹੋਈ ਤਕਰਾਰ ਲਿਖਦੀ ਹਾਂ। ਕਾਬਲ ਗਰੀਬਾਂ ਦੀਆਂ ਕੁੱਲੀਆਂ ਵਿੱਚ ਵੀ ਜੰਮਦੇ ਨੇ, ਕਾਬਲ ਗਰੀਬਾਂ ਦੀਆਂ ਕੁੱਲੀਆਂ ਵਿੱਚ ਵੀ ਜੰਮਦੇ ਨੇ, ਜੇ ਸਮਝ ਸਕੋ ਤਾਂ ਸੋਚਾਂ ਦੇ ਜੰਜਾਲ ਲਿਖਦੀ ਹਾਂ। ਬਹੁਤ ਅੱਛੇ। ਸ਼ੁਕਰੀਆ। ਸਾਲ 2020 ਦਾ ਝੱਖੜ ਜੋ ਝੁੱਲ ਚੱਲਿਆ,
ਤਾਲ ਵੀ ਦਾ ਝੱਖੜ ਜੋ ਝੁੱਲ ਚੱਲਿਆ, ਸਰਦ ਰਾਤਾਂ 'ਚ ਅੰਦਾਤਾ ਦਾ ਹਾਲ ਲਿਖਦੀ ਹਾਂ। ਆਸਾਂ ਉੱਠੀਆਂ ਨੇ ਵਿਚਾਰਾਂ ਦੇ ਪੁੰਗਰਨ ਦੀਆਂ, ਆਸਾਂ ਉੱਠੀਆਂ ਨੇ ਵਿਚਾਰਾਂ ਦੇ ਪੁੰਗਰਨ ਦੀਆਂ, ਵੀ ਇੱਕੇ ਦਾ ਹਿਸਾਬ ਕਿਤਾਬ ਲਿਖਦੀ ਹਾਂ। ਉਂਗਲ ਚੁੱਕੀ ਹੈ ਹੁਕਮਰਾਨਾਂ ਵੱਲ, ਉਂਗਲ ਚੁੱਕੀ ਹੈ ਹੁਕਮਰਾਨਾਂ ਵੱਲ, ਬੇਦਰਦ ਸ਼ਾਸਕਾਂ ਦੇ ਵਿਛਾਏ ਜਾਲ ਲਿਖਦੀ ਹਾਂ। ਝੰਡਾ ਕਿਰਸਾਨੀ ਦਾ ਨਹੀਂ ਚੁੱਕ ਸਕਦਾ, ਝੰਡਾ ਕਿਰਸਾਨੀ ਦਾ ਨਹੀਂ ਚੁੱਕ ਸਕਦਾ, ਜਜ਼ਬੇ ਉਹਨਾਂ ਦੇ ਨੂੰ ਮੈਂ ਕਮਾਲ ਲਿਖਦੀ ਹਾਂ। ਟਕਰਾਉਂਦੇ ਵਿਚਾਰਾਂ ਦਾ ਹਾਲ ਲਿਖਦੀ ਹਾਂ, ਕੁਝ ਦੱਬੇ ਤੇ ਕੁਝ ਦਿਲ 'ਚ ਉੱਠਦੇ ਉਬਾਲ। बहुत अच्छा, वाह वाह, बहुत अच्छा। तो मेरी अगली कविता है जी। की दे सकदी हां, मैं की दे सकदी हां तुहानू, मैं की दे सकदी हां तुहानू हंजू जो लोकां दी हालत ते मल्लो मल्ली मेरे नैणां विच तार आउंदे हन। सिसकियां जो औरत दियां सदियां तो साथी रहियां हन। हौके जो पेट दी भुख नू वेख के निकल जांदे हन। एहसास जो देश ते कौम दी हालत ते उलर पैंदे हन। खामोशी जो मेरे बुल्लां ते राज करदी है। ख्वाब जो अधूरेपन तो मजबूर ने, मैं की दे सकदी हां तुहानू। ख्याल जो लहरां दी तरह कदे ठाठा मारदे ते कदे शांत हो जांदे, मैं की दे सकदी हां तुहानू। हाँ, पर कुछ तां है शायद जो मैं दे सकदी हां। शब्द जो तुहानू सौन नहीं दे सकदे, हलूणा जो तुहानू झंजोड़ के रखेगा, हिम्मत जिस दी तुहानू लोड़ है, चानण जिस तो तुसी नजरां नहीं चुरा सकदे, क्रांति जो परिवर्तन मंगदी है। बहुत अच्छा। प्यार जो सिरजना दा प्रतीक है, कुर्बानी जो तुहानू प्रेरणा देगी, आवाज जिसनू दबाया नहीं जा सकदा, जज्बा जो रोम रोम विच भरिया होवे, जो रोम रोम विच भरिया होवे। हाँ, मैं दे सकती हूँ। वाह, बहुत बहुत अच्छा, अच्छा अच्छा, ਜੇਤਾ ਮੈਮ बहुत ਬਹੁਤ अच्छा। वाह वाह वाह, ਖੂਬਸੂਰਤ ਕਲਾਮ ਤੁਸੀਂ ਪੇਸ਼ ਕੀਤੇ ਨੇ। ਨਵੇਂ ਰੰਗ ਦੀ ਕਵਿਤਾ, ਖਾਸ ਤੌਰ ਤੇ ਬਾਅਦ ਵਾਲੀ ਕਵਿਤਾ ਬਹੁਤ ਨਵੇਂ ਰੰਗ ਦੀ ਕਵਿਤਾ ਹੈ, ਨਵੇਂ ਅੰਦਾਜ਼ ਦੀ ਕਵਿਤਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਲਿਖਦੇ ਰਹੋ। ਦੋਸਤੋ, ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਕੁਲਦੀਪ ਚਿਰਾਗ ਹੋਰਾਂ ਵੱਲ। ਮੈਨੂੰ ਇਹ ਲੱਗਦਾ ਹੁੰਦਾ ਕਿ ਜਦੋਂ ਅਸੀਂ ਕਵਿਤਾ ਦੀ ਨਵੀਂ ਪੀੜ੍ਹੀ ਦੀ ਗੱਲ ਕਰਦੇ ਹਾਂ ਤਾਂ ਉਦੋਂ ਸਾਡੇ ਕੋਲੇ ਬਹੁਤ ਸਾਰੇ ਨਵੇਂ ਸ਼ਾਇਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਸੁਣ ਕੇ, ਜਿਨ੍ਹਾਂ ਨੂੰ ਮਾਣ ਕੇ ਇਹ ਲੱਗਦਾ ਹੈ ਕਿ ਸਾਡੀ ਨਵੀਂ ਕਵਿਤਾ ਦਾ ਭਵਿੱਖ ਬਹੁਤ ਰੋਸ਼ਨ ਹੈ। ਉਹਨਾਂ ਨਵੇਂ ਸ਼ਾਇਰਾਂ ਦੇ ਵਿੱਚੋਂ ਅੱਜ ਅਸੀਂ ਕਈ ਸ਼ਾਇਰਾਂ ਨੂੰ ਮਾਣਿਆ, ਪਰਮਜੀਤ ਢਿੱਲੋਂ ਹੋਰਾਂ ਨੂੰ ਮਾਣਿਆ, ਮੈਡਮ ਵਿਜੇਤਾ ਨੂੰ ਮਾਣਿਆ, ਤੇ ਹੁਣ ਉਸ ਨਵੀਂ ਸ਼ਾਇਰੀ ਦਾ ਇੱਕ ਹੋਰ ਬਹੁਤ ਅੱਛਾ ਹਸਤਾਖਰ ਕੁਲਦੀਪ ਚਿਰਾਗ ਸਾਡੇ ਨਾਲ ਹੈ। ਮੈਨੂੰ ਇਹਨਾਂ ਨੂੰ ਸੁਣਨਾ ਬਹੁਤ ਚੰਗਾ ਲੱਗਦਾ ਹੈ। ਬਹੁਤ ਪਿਆਰਾ ਸ਼ਾਇਰ ਹੈ ਕੁਲਦੀਪ ਚਿਰਾਗ। ਕੁਲਦੀਪ ਚਿਰਾਗ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ, ਬੜੀ ਨਵਾਜ਼ਿਸ਼ ਡਾਕਟਰ ਕੁਲਦੀਪ ਸਿੰਘ ਦੀਪ ਜੀ, ਤੇ ਮੇਰੇ ਬਹੁਤ ਹੀ ਪਿਆਰੇ ਤੇ ਸਤਿਕਾਰੇ ਜਹੀਨ ਤੇ ਬੜੇ ਮਹੀਨ ਸ਼ਾਇਰ ਨੇ ਵਿਵੇਕ ਹੋਰੀ ਸਮੇਤ ਸਾਰੇ ਹਾਜ਼ਰੀਨ ਦੋਸਤ। ਇੱਕ ਗਜ਼ਲ ਦੇ ਦੋ ਸਤੰਤਰ ਸ਼ੇਅਰ ਤੇ ਫਿਰ ਇੱਕ ਪੂਰੀ ਗਜ਼ਲ ਜੀ ਗੌਰ ਫਰਮਾਣਾ। ਮੈਨੂੰ ਸੱਚ ਨੂੰ ਸੱਚ ਦਿਖਾਉਣ ਲਈ ਸੂਲੀ ਪੈਣਾ ਬਸ। ਕਿਆ ਬਾਤ। ਮੈਨੂੰ ਸੱਚ ਨੂੰ ਸੱਚ ਦਿਖਾਉਣ ਲਈ ਸੂਲੀ ਚੜ੍ਹਨਾ ਪੈਣਾ ਹੈ ਬਸ। ਮੈਨੂੰ ਇਸ ਨੂੰ ਝੂਠ ਬਣਾਉਣ ਲਈ ਪੱਜ ਇੱਕ ਘੜਨਾ ਪੈਣਾ ਹੈ ਬਸ। ਕਿਆ ਬਾਤ, ਬਹੁਤ ਅੱਛਾ, ਬਹੁਤ ਅੱਛਾ। ਤੈਨੂੰ ਇਸ ਨੂੰ ਝੂਠ ਬਣਾਉਣ ਲਈ ਪੱਜ ਇੱਕ ਘੜਨਾ ਪੈਣਾ ਹੈ ਬਸ। ਮੇਰੀ ਸੋਚ ਬਰਾਬਰ, ਮੇਰੇ ਕੱਦ ਬਰਾਬਰ ਜੇ ਤੂੰ ਖੜਨਾ ਹੈ। ਮੇਰੀ ਸੋਚ ਬਰਾਬਰ, ਮੇਰੇ ਕੱਦ ਬਰਾਬਰ ਜੇ ਤੂੰ ਖੜਨਾ ਹੈ। ਤੈਨੂੰ ਫਿਰ ਇਹ ਜੀਵਨ ਇੱਕ ਵੇਰਾ ਮੁੜ ਤੋਂ ਪੜ੍ਹਨਾ ਪੈਣਾ ਹੈ ਬਸ। ਬਹੁਤ ਅੱਛਾ। ਤੈਨੂੰ ਫਿਰ ਇਹ ਜੀਵਨ ਇੱਕ ਵੇਰਾ ਮੁੜ ਤੋਂ ਪੜ੍ਹਨਾ ਪੈਣਾ ਹੈ ਬਸ। ਇੱਕ ਗਜ਼ਲ ਦੀ ਸੰਘਰਸ਼ ਦੇ ਨਾਮ ਜੀ। ਹਨੇਰੀ ਰਾਤ ਹੈ
आओ खरे मौसम बदल जावे। हनेरी रात है आओ खरे मौसम बदल जावे। चानन लई गाओ खरे मौसम बदल जावे। बहुत अच्छा। क्या बात। तुसी चानन लई गाओ खरे मौसम बदल जावे। मैं देख के उमर सूही सी लिखी जो सीनिया उत्ते। एक उमर सूही सी लिखी जो सीनिया उत्ते गजल ओही तुसी गाओ खरे मौसम बदल जावे। बहुत अच्छा। गजल ओही तुसी गाओ खरे मौसम बदल जावे। खास तौर ते विवेक साहब तुहाडी नजर एक शेयर है इन्हां दे बचपन खा गया ये साजिशी मौसम। इन्हां बालां दे बचपन खा गया ये साजिशी मौसम। तराना तोतला गाओ खरे मौसम बदल जा। गुड, वाह 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 वाह, बहुत अच्छा, तोतला दिस इज रियल, बहुत बढ़िया, वाह वाह वाह, शुक्रिया। की होया जे वतन दे सूहे सूरज डुब चले ने। की होया जे वतन दे सूहे सूरज डुब चले ने। चिरागी तेल हुण पाओ खरे मौसम बदल जावे। चिरागी तेल हुण पाओ खरे मौसम बदल जावे। और गजल दा अंतिम शेर है जी के नगर विच राज सनाटे दा है जे फिर तां लाजम है। नगर विच राज सनाटे दा है जे फिर तां लाजम है। ये उच्ची तान हुण लाओ खरे मौसम बदल जावे। उच्ची तान हुण लाओ खरे मौसम बदल जावे। हनेरी रात आओ खरे मौसम बदल जावे। तुसी चानन लई गाओ खरे मौसम बदल जावे। डॉक्टर साहब 2 कमेंट हो रहे थे, एक गजल होर नजर कर देना जी। जरूर जरूर शुक्रिया। उस तो पहले के शेयर के चफेरे रात है काली उदे दर ते सवेरा है। चफेरे रात है काली उदे दर ते सवेरा है। वो हाकम झूठ कहंदा है कि हर एक घर हनेरा है। वो हाकम झूठ कहंदा है कि हर एक घर हनेरा है। और एक मुकम्मल गजल तुहाडी नजर जी। सफर दे रहबरां ने इस तरह भी हौसला दिता। सफर दे रहबरां ने इस तरह भी हौसला दिता जी। कुतर के पर असाडे फेर मंजिल दा पता दिता। वाह 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 वाह, क्या बात है। असाडे फेर मंजिल दा पता दिता। दिलो सब शेर देखना कि तेरी जादूगरी ने सी बुझा दिता चिरागां नू। वाह, तेरी जादूगरी ने सी बुझा दिता चिरागां नू। ते मेरे दिल दी लो ने फिर बुझिया नू जगा दिता। बहुत अच्छा। ते मेरे दिल दी बहुत बढ़िया बुझिया नू जगा दिता। और बतौर खास डॉक्टर साहब शेयर के बड़ा जालिम बड़ा शातिर बड़ा है नीसना हाकम। वाह। बड़ा जालिम बड़ा शातिर बड़ा है नीसना हाकम। उजाड़ा करके बस्ती दा खुदा दा घर बना दिता। उजाड़ा करके बस्ती दा बहुत अच्छे, बहुत खूबसूरत। और लास्ट शेयर है जी के मुसव्वर जानदा है तासीर रंगां दी इसे करके। मुसव्वर जानदा तासीर रंगां दी इसे करके हरे ताई मिटा दिता अते भगवां चढ़ा। हरे ताई मिटा दिता भगवां चढ़ा दिता। बहुत शुक्रिया नवाजिश। बहुत खूब। ਅੱਜ ਦੇ ਦੌਰ ਦੀ ਸੰਵੇਦਨਾ ਨੂੰ ਪਕੜਨ ਵਾਲੀ ਜਿਹੜੀ ਗਜ਼ਲਾਂ ਤੁਸੀਂ ਸੁਣੀਆਂ ਨੇ ਤੇ ਬਹੁਤ ਕਮਾਲ ਦੇ ਰੰਗ ਕਮਾਲ ਦੇ ਮੈਟਾਫਰ ਨੇ ਕੁਲਦੀਪ ਚਿਰਾਗ ਕੋਲੇ। ਤੁਹਾਡੇ ਤੋਂ ਸਾਰੀਆਂ ਉਮੀਦਾਂ ਨੇ ਕੁਲਦੀਪ, ਇਸੇ ਤਰ੍ਹਾਂ ਲਿਖਦੇ ਰਹੋ। ਬਹੁਤ ਬਹੁਤ ਧੰਨਵਾਦ ਤੁਹਾਡਾ। ਦੋਸਤੋ ਇਸ ਤੋਂ ਬਾਅਦ ਆਪਾਂ ਸੁਣਾਂਗੇ ਮੈਡਮ ਰਮਨਦੀਪ ਵਿਰਕ ਹੋਰਾਂ ਨੂੰ। ਮੈਡਮ ਰਮਨਦੀਪ ਵਿਰਕ ਵੀ ਉਸ ਨਵੇਂ ਕੋਚ ਦੇ ਵਿੱਚੋਂ ਨੇ ਜਿਹੜੇ ਪਿਛਲੇ ਸਮੇਂ ਤੋਂ ਲਗਾਤਾਰ ਕਵਿਤਾਵਾਂ ਲਿਖ ਰਹੇ ਨੇ
ਤੇ ਆਨਲਾਈਨ ਤੇ ਆਫਲਾਈਨ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਵੀ ਕਰਦੇ ਰਹੇ ਨੇ। ਮੈਡਮ ਰਮਨਦੀਪ ਵਿਰਕ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਾਈਕ ਆਪਣਾ ਖੋਲ ਲਓ ਜੀ, ਮਾਈਕ ਤੁਹਾਡਾ ਬੰਦ ਹੈ। ਜੀ ਹਾਂਜੀ, ठीक है सर। हाँ जी, हाँ जी। हाँ जी, कविता है। इरशाद। ਪੀੜ ਵਿੰਨਦੀ ਹੈ ਉਹਨਾਂ ਦੇ ਸਿਰੜ ਨੂੰ ਮਹਿਸੂਸ ਕਰਦਿਆਂ, ਜੋ ਯੱਖ ਮੌਸਮਾਂ 'ਚ ਖੁੱਲੇ ਅੰਬਰ ਥੱਲੇ ਲੜ ਰਹੇ ਨੇ ਆਪਣੇ ਹੱਕ ਲਈ ਆਪਣੀ ਹੋਂਦ ਦੀ ਲੜਾਈ। बहुत अच्छा, बहुत अच्छा। ਵਾਹ। ਸੋਚ ਆਖਦੀ ਹੈ ਨਜ਼ਮ ਲਿਖ ਦੇਣ ਨਾਲ ਮੁੱਕ ਨਹੀਂ ਜਾਂਦੀ ਗੱਲ, ਖੜਨਾ ਪੈਣਾ ਉਹਦੀ ਜੁੱਤੀ ਵਿੱਚ ਪੈਰ ਪਾ ਕੇ। ਵਾਹ। ਠੰਡਾ ਬੁਰਜ, ਸਿਆਲ ਦੀਆਂ ਰਾਤਾਂ, ਦਿੱਲੀ ਦੀਆਂ ਸੜਕਾਂ ਮੈਨੂੰ ਆਪੋ ਵਿੱਚ ਜੁੜੇ ਲੱਗੇ। ਉਹੀ ਆਵਾਮ ਜਿੱਤਦੀ ਹੈ ਜਿਨ੍ਹਾਂ ਦੀ ਮਾਂ ਗੁਜਰੀ ਹੈ, ਜਿਨ੍ਹਾਂ ਦੀ ਮਾਂ ਗੁਜਰੀ ਨਹੀਂ। ਗੁਜਰੀ ਹੈ। ਕਿਆ ਬਾਤ ਹੈ, बहुत अच्छा, क्या बहुत अच्छा। बात है, बहुत बढ़िया, शुक्रिया सर। बहुत कमाल। अगली नज़म है। ਦਿੱਲੀ ਧਰਨੇ ਤੋਂ ਪਰਤਿਆਂ ਅਜੇ ਥੋੜਾ ਸਮਾਂ ਹੋਇਆ ਹੈ, ਬੂਟਾਂ ਨਾਲ ਲੱਗੀ ਬਹੁਤ ਸਾਰੀ ਮਿੱਟੀ ਚਿੱਕੜ ਮੇਰੇ ਨਾਲ ਹੀ ਪਰਤ ਆਏ ਨੇ। ਬੂਟਾਂ ਨੂੰ ਧੋਣ ਲੱਗਦੀ ਹਾਂ ਤਾਂ ਖਿਆਲ ਆਉਂਦਾ ਹੈ ਚਿੱਕੜ ਮਿੱਟੀ ਨਹੀਂ ਸੀ, ਉਹ ਲਹੂ ਪਸੀਨਾ ਸੀ। ਇਸ ਖਿਆਲ ਦੇ ਆਉਂਦਿਆਂ ਹੀ ਮੇਰੀਆਂ ਅੱਖਾਂ ਵਿੱਚ ਲਹੂ ਉਤਰ ਆਇਆ ਹੈ ਤੇ ਥੋੜੀ ਜਿਹੀ ਮਿੱਟੀ ਨਾਲ ਹੀ ਲੱਗੀ ਰਹਿਣ ਦਿੰਦੀ ਹਾਂ, ਪਸੀਨਾ ਅਜਾਈ ਨਹੀਂ ਜਾਵੇਗਾ। क्या बात है, बहुत अच्छा, बहुत अच्छा जी। क्या बात है, बहुत बढ़िया, क्या बात है। शुक्रिया परम जी। लास्ट नज़म है। साथों बाद। ਸਾਥੋਂ ਬਾਅਦ ਆਉਣ ਵਾਲੀਆਂ ਪੁਸ਼ਤਾਂ ਕੋਲ ਇੱਕ ਇਤਿਹਾਸ ਹੋਵੇਗਾ। ਸਾਡੇ ਇਹਨਾਂ ਸਮਿਆਂ ਦੀ ਕੋਈ ਤਸਵੀਰ ਹੋਵੇਗੀ, ਤਕਰੀਰ ਹੋਵੇਗੀ, ਕੁਝ ਨਜ਼ਮਾਂ, ਕੁਝ ਨਗਮੇ ਹੋਣਗੇ। ਬਹੁਤ ਅੱਛਾ। ਉਹ ਇਤਿਹਾਸ ਵਾਂਗ ਫਰੋਲਣਗੇ ਅਸੀਂ ਅੱਜ ਜੋ ਸਫ਼ੇ ਲਿਖੇ ਨੇ, ਤੇ ਸਾਨੂੰ ਯਾਦ ਰੱਖਣਾ ਪਏਗਾ ਕਿ ਇਸ ਸਫ਼ਰ ਦਾ ਇੱਕ ਅੰਤ ਹੋਵੇਗਾ ਤੇ ਜੋ ਵੀ ਹੋਵੇਗਾ ਉਸੇ ਤੇ ਖੜੀ ਹੈ ਆਉਣ ਵਾਲੀਆਂ ਪੁਸ਼ਤਾਂ ਦੀ ਹੋਂਦ। ਸਾਡੇ ਹੌਸਲੇ ਦੀ ਇੱਕ ਵੀ ਤੰਦ ਹੁਣ ਟੁੱਟਣ ਨਹੀਂ ਦੇਣੀ ਅਸਾਂ, ਕਿਉਂਕਿ ਸਾਨੂੰ ਪਤਾ ਹੈ ਕਿ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਕੋਲ ਇੱਕ ਇਤਿਹਾਸ ਹੋਵੇਗਾ। क्या बात। शुक्रिया। बहुत बढ़िया, बहुत थैंक यू सर। शुक्रिया मैम। ਇਸ ਸੰਘਰਸ਼ ਨੇ ਸਾਨੂੰ ਜਿਉਣ ਜੋਗੇ ਵੀ ਕੀਤਾ ਹੈ ਤੇ ਇਸ ਸੰਘਰਸ਼ ਨੇ ਸਾਨੂੰ ਇਸ ਗੱਲ ਦਾ ਅਹਿਸਾਸ ਵੀ ਕਰਾਇਆ ਹੈ ਕਿ ਹੁਣ ਇਤਿਹਾਸ ਸਿਰਜਣ ਦਾ ਵੇਲਾ ਹੈ, ਇਕੱਲੇ ਇਤਿਹਾਸ ਨੂੰ ਪੜ੍ਹਨ ਜਾਂ ਜਾਣਨ ਦਾ ਵੇਲਾ ਨਹੀਂ ਹੈਗਾ। ਤੇ ਅਸੀਂ ਮਾਣ ਕਰ ਸਕਦੇ ਹਾਂ ਕਿ ਅਸੀਂ ਅੱਜ ਦੇ ਦੌਰ ਦੇ ਵਿੱਚ ਇੱਕ ਇਤਿਹਾਸ ਸਿਰਜ ਰਹੇ ਹਾਂ। ਸਾਡੇ ਕਾਮੇ, ਸਾਡੇ ਕਿਸਾਨ, ਸਾਡੇ ਮਜ਼ਦੂਰ, ਸਾਡੇ ਸ਼ਾਇਰ ਰਲ ਕੇ ਇੱਕ ਬਹੁਤ ਖੂਬਸੂਰਤ ਇਤਿਹਾਸ ਸਿਰਜਿਆ ਜਾ ਰਿਹਾ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਸ਼ਾਇਦ ਸਾਡੇ ਇਸ ਇਤਿਹਾਸ ਤੇ ਵੀ ਉਵੇਂ ਹੀ ਮਾਣ ਕਰਨਗੀਆਂ। ਦੋਸਤੋ, ਇਸ ਤੋਂ ਬਾਅਦ ਸਾਡੇ 3 ਸ਼ਾਇਰ ਸਾਡੇ ਨਾਲ ਜੁੜ ਨਹੀਂ ਸਕੇ ਹੈਗੇ। ਅੰਮ੍ਰਿਤਸਰ ਕੋਈ ਨੈਟਵਰਕ ਦੀ ਪ੍ਰੋਬਲਮ ਆ ਗਈ ਤੇ ਸੁਸ਼ੀਲ ਦੋਸਾਂਝ ਹੋਰੀ ਕਿਸੇ ਇੱਕ ਹੋਰ ਆਨਲਾਈਨ ਪ੍ਰੋਗਰਾਮ ਦੇ ਵਿੱਚ ਬਿਜੀ ਸੀ, ਉੱਥੋਂ ਨਹੀਂ ਆ ਸਕੇ ਹੈਗੇ ਵਾਪਸ। ਤੇ ਹੁਣ ਅਸੀਂ ਅਖੀਰ ਤੇ ਵਿਜੇ ਵਿਵੇਕ ਹੋਰਾਂ ਨੂੰ ਮਾਣਦੇ ਹਾਂ ਤੇ ਵਿਜੇ ਵਿਵੇਕ ਹੋਰੀ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈਗੇ। ਪੰਜਾਬੀ ਗਜ਼ਲ ਦਾ ਬਹੁਤ ਵੱਡਾ ਮਾਣ ਨੇ। ਇਹਨਾਂ ਦੇ ਕੋਲੇ ਆ ਕੇ ਸ਼ਬਦ ਤੇ ਮੈਟਾਫਰ ਖੇਡਦੇ ਨੇ ਤੇ ਕਵਿਤਾ ਇਹਨਾਂ ਦੇ ਹੱਥਾਂ ਜ਼ੁਬਾਨ ਹੁੰਦੀ ਹੈ। ਸੋ ਵਿਜੇ ਵਿਵੇਕ ਜੀ, ਤੁਹਾਡਾ ਬਹੁਤ ਸਵਾਗਤ ਹੈ। ਤੁਸੀਂ ਬਹੁਤ ਖੁੱਲ੍ਹ ਕੇ ਆਪਣੀਆਂ ਗਜ਼ਲਾਂ ਨਜ਼ਮਾਂ ਸਾਨੂੰ ਸੁਣਾ ਸਕਦੇ ਹੋ। ਤੁਹਾਡੇ ਤੇ 7 ਮਿੰਟ ਵਾਲੀ ਵੀ ਕੋਈ ਪਾਬੰਦੀ ਨਹੀਂ ਹੈਗੀ। ਵਿਜੇ ਵਿਵੇਕ ਜੀ, ਤੁਹਾਡਾ ਬਹੁਤ ਸਵਾਗਤ ਹੈ। ਸ਼ੁਕਰੀਆ ਡਾਕਟਰ ਸਾਹਿਬ ਜੀ। ਜਦੋਂ ਆਪਾਂ ਗੱਲ ਕੀਤੀ ਤੇ ਪ੍ਰੋਗਰਾਮ ਜੋ ਆਪਣੇ ਸਨਮੁਖ ਹੈ ਇਹਦੇ ਨਾਂ ਤੋਂ ਵੀ ਸੰਘਰਸ਼ਾਂ ਦੇ ਦੌਰ ਦੀ ਸ਼ਾਇਰੀ ਜੀ, ਤੋ ਇਸ ਗੱਲ ਦਾ ਸਾਰੇ ਦੋਸਤਾਂ ਨੂੰ ਭਲੀ ਭਾਂਤ ਪਤਾ ਹੈ ਵੀ ਮੈਂ
ਮੇਰੀ ਕਵਿਤਾ ਬਾਰੇ ਜੋ ਸਮਝ ਹੈ ਉਹ ਕੁਛ ਅਲੱਗ ਤਰ੍ਹਾਂ ਦੀ ਹੈ ਕਿ ਮੈਂ ਪੋਏਟ ਨੂੰ ਮੀਡੀਅਮ ਮੰਨਦਾ, ਸਿਰਫ ਕਿ ਪੋਏਟ ਹੈ ਜਿਹੜਾ ਉਹ ਸਿਰਫ ਮੀਡੀਅਮ ਹੈ ਜੀ ਵੀ ਕਵਿਤਾ ਉਹਦੇ ਜਿਹੜੀ ਚੀਜ਼ ਰਾਹੀਂ ਪ੍ਰਗਟ ਹੁੰਦੀ ਹੈ ਵੀ ਉਹ ਇੱਕ ਕੁੱਖ ਵਰਗਾ ਕੰਮ ਕਰਦਾ ਹੈ ਜਿਹੜਾ ਸ਼ਾਇਰ ਹੈ। ਫਿਰ ਵੀ ਮਤਲਬ ਜਾਣੀ ਕਿ ਵੀ ਇੱਕ ਪਹਿਲਾਂ ਗੀਤ ਸੁਣਾਉਣਾ ਤੁਹਾਨੂੰ ਜੀ ਕਿਆ ਬਾਤ ਕਿ ਫੌਜਾਂ ਦਿਆ ਜਰਨੈਲਾ ਕਿਆ ਬਾਤ, ਵੇ ਸਾਨੂੰ ਭਰਤੀ ਕਰ ਲੈ। ਹਾਏ ਹਾਏ ਹਾਏ, वाह सर ਫੌਜਾਂ वाह मस्त। ਫੌਜਾਂ ਦਿਆ ਜਰਨੈਲਾ ਵੇ ਸਾਨੂੰ ਭਰਤੀ ਕਰ ਲੈ। ਚਿਣ ਦੇਵਾਂ ਤੇਰੇ ਤੀਰ ਪੱਥੇ ਵਿੱਚ, ਬੰਨ ਦੇਵਾਂ ਤੇਰਾ ਬਸਤਾ। ਚਿਣ ਦੇਵਾਂ ਤੇਰੇ ਤੀਰ ਪੱਥੇ ਵਿੱਚ, ਬੰਨ ਦੇਵਾਂ ਤੇਰਾ ਬਸਤਾ। ਨਾ ਮੰਗਾ ਤਨਖਾਹਾਂ ਤਲਬਾਂ, ਸੌਦਾ ਮੂਲੋਂ ਹੀ ਸਸਤਾ। ਵੇ ਸਾਨੂੰ ਭਰਤੀ ਕਰ ਲੈ। ਵਾਹ ਫੌਜਾਂ ਦਿਆ ਜਰਨੈਲਾ। ਹਾਂ, ਬਹੁਤ ਖੂਬ। ਸਾਨੂੰ ਭਰਤੀ ਕਰ ਲੈ। ਔਰ ਤ੍ਰਿਪਤ ਹੋਵਾਂ ਤੇਰੀ ਤੇ ਨੂੰ ਪੀ ਕੇ, ਖਾ ਰੱਜਾਂ ਤੇਰੀ ਭੁੱਖ ਨੂੰ। ਕਿਆ ਬਾਤ ਹੈ। ਤ੍ਰਿਪਤ ਹੋਵਾਂ ਤੇਰੀ ਤੇ ਨੂੰ ਪੀ ਕੇ, ਖਾ ਰੱਜਾਂ ਤੇਰੀ ਭੁੱਖ ਨੂੰ। ਸਦਕੇ ਜਾਵਾਂ ਖੀਵੀ ਥੀਵਾਂ, ਚੁੰਮ ਚੁੰਮ ਕੇ ਤੇਰੇ ਦੁੱਖ ਨੂੰ। ਵੇ ਸਾਨੂੰ ਭਰਤੀ ਕਰ ਲੈ। ਬਹੁਤ ਵਧੀਆ ਜੀ, ਬਹੁਤ ਵਧੀਆ। ਔਰ ਤੇਗ ਬਣਾ ਤੇਰੀ ਮੈਂ ਨੇਰੇ ਦੇ ਸੀਨੇ ਅੰਦਰ ਲੈ ਜਾ। ਤੇਗ ਬਣਾ ਤੇਰੀ ਮੈਂ ਨੇਰੇ ਦੇ ਸੀਨੇ ਅੰਦਰ ਲੈ ਜਾ। ਢਾਲ ਬਣਾ ਵੈਰੀ ਦੇ ਹੱਲੇ, ਆਪਣੀ ਹਿੱਕ ਤੇ ਸਹਿ ਜਾ। ਵੇ ਸਾਨੂੰ ਭਰਤੀ ਕਰ ਲੈ। ਕਿਆ ਬਾਤ ਹੈ, ਕਿਆ ਬਾਤ ਹੈ। ਤੇਗ ਬਣਾ ਤੇਰੀ ਮੈਂ ਨੇਰੇ ਦੇ ਸੀਨੇ ਅੰਦਰ ਲੈ ਜਾ। ਢਾਲ ਬਣਾ ਵੈਰੀ ਦੇ ਹੱਲੇ, ਆਪਣੀ ਹਿੱਕ ਤੇ ਸਹਿ ਜਾ। ਵੇ ਸਾਨੂੰ ਭਰਤੀ ਕਰ ਲੈ। ਔਰ ਤੂੰਓ ਸਾਡਾ ਸ਼ਹਿਰ ਗਰਾਏ, ਤੂੰਓ ਠੌਰ ਟਿਕਾਣਾ। ਤੂੰਓ ਸਾਡਾ ਸ਼ਹਿਰ ਗਰਾਏ, ਤੂੰਓ ਠੌਰ ਟਿਕਾਣਾ। ਹੋਰ ਕਿਸੇ ਨੂੰ ਮਿਲਣੇ ਅਸੀਂ ਤਾਂ ਛੁੱਟੀਆਂ ਵੀ ਨਹੀਂ ਜਾਣਾ। ਵੇ ਸਾਨੂੰ ਭਰਤੀ ਕਰ ਲੈ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਵਧੀਆ। ਤੂੰ ਹੀ ਸਾਡਾ ਸ਼ਹਿਰ ਗਰਾਏ, ਤੂੰਓ ਠੌਰ ਟਿਕਾਣਾ। ਹੋਰ ਕਿਸੇ ਨੂੰ ਮਿਲਣ ਅਸੀਂ ਤਾਂ ਛੁੱਟੀਆਂ ਵੀ ਨਹੀਂ ਜਾਣਾ। ਵੇ ਸਾਨੂੰ ਭਰਤੀ ਕਰ ਲਾ ਰਹਾਓ। ਆਏ ਹਾਏ ਹਾਏ, ਕਿਆ ਬਾਤ। ਰਹਾਓ। ਔਰ ਰੁੱਖ ਤਾਂ ਸਿੰਜ, ਪਰ ਨਫ਼ਰਤ ਦੇ ਵਿੱਚ ਮਤਾਂ ਸੁਕਾ ਦੇਈ ਨਦੀਆਂ। ਰੁੱਖ ਤਾਂ ਸਿੰਜ, ਪਰ ਨਫ਼ਰਤ ਦੇ ਵਿੱਚ ਮਤਾਂ ਸੁਕਾ ਦੇਈ ਨਦੀਆਂ। ਔਰ ਨੇਕੀ ਕਰਦਾ ਕਰਦਾ ਕਿਧਰੇ ਵਣਜ ਨਾ ਬੈਠੀ ਬਦੀਆਂ। ਵੇ ਸਾਨੂੰ ਭਰਤੀ ਕਰ ਲੈ। ਕਿਆ ਬਾਤ ਹੈ, ਹਾਂਜੀ ਕਿਆ ਕਮਾਲ ਹੈ, ਕਿਆ ਕਮਾਲ ਹੈ। ਔਰ ਇਸ ਸੱਚ ਨੂੰ ਤਾਂ ਉਹ ਵੀ ਜਾਣਨ, ਆਖਰੀ ਸਤਰਾਂ ਨੇ, ਕਿ ਇਸ ਸੱਚ ਨੂੰ ਤਾਂ ਉਹ ਵੀ ਜਾਣਨ ਸਾਡੇ ਜਿਹੇ ਅਣਜਾਣੇ। ਇਸ ਸੱਚ ਨੂੰ ਤਾਂ ਉਹ ਵੀ ਜਾਣਨ ਸਾਡੇ ਜਿਹੇ ਅਣਜਾਣੇ। ਔਰ ਸਹੁੰ ਤੇਰੀ ਜੋ ਪਿਆਰ ਨਾ ਸਮਝੇ, ਯੁੱਧ ਕਰਨਾ ਵੀ ਨਾ ਜਾਣੇ। ਵੇ ਸਾਨੂੰ ਭਰਤੀ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਸਿਖਰ ਵੇ ਸਾਨੂੰ ਭਰਤੀ ਕਰ। ਪਿਤਾ ਦਾ ਸਿਖਰ ਜੀ, ਗਜ਼ਲ ਦਾ। ਸੌਰੀ। ਇੱਕ ਨਜ਼ਮ ਹੈ, ਨਜ਼ਮ ਦਾ ਨਾਂ ਹੈ ਮੁਜਰੇ ਦੀ ਪੇਸ਼ਕਸ਼। ਕਮਾਲ। ਉਹ ਹੈ ਕਿ ਉਹ ਜਿਸ ਦੇ ਜ਼ਿਹਨ ਵਿੱਚ ਸੁਰ ਹੈ ਨਾ ਤਾਲ ਹੈ ਕੋਈ। ਉਹ ਜਿਸ ਦੇ ਜ਼ਿਹਨ ਵਿੱਚ ਸੁਰ ਹੈ ਨਾ ਤਾਲ ਹੈ ਕੋਈ। ਉਹ ਜਿਸ ਦੇ ਸਾਹਾਂ ਚੋਂ ਮਿਰਚਾਂ ਦੀ ਹਮਕ ਆਉਂਦੀ ਹੈ। ਉਹ ਜਿਸ ਦੇ ਪੋਟਿਆਂ ਤੇ ਦਹਿਕਦੇ ਅੰਗਿਆਰੇ ਹਨ। ਉਹ ਆਪਣੇ ਹੱਥ ਵਿੱਚ ਸੋਨੇ ਦੀ ਬੰਸਰੀ ਫੜ ਕੇ ਤੇ ਮੇਰੇ ਖੂਨ ਦੇ ਦੀਵੇ ਦੀ ਰੌਸ਼ਨੀ ਕਰਕੇ ਮੇਰੇ ਇੱਕ ਗੀਤ ਨੂੰ ਮੁਜਰੇ ਦੀ ਪੇਸ਼ਕਸ਼ ਕਰਦਾ ਹੈ। ਕਿਆ ਬਾਤ ਹੈ। ਆਵਾਜ਼ ਠੀਕ ਆ ਰਹੀ? ਆਵਾਜ਼ ਸਹੀ ਆ ਰਹੀ ਹੈ ਨਾ? ਬਿਲਕੁਲ ਬਿਲਕੁਲ ਹਾਂਜੀ, ਬਿਲਕੁਲ ਬਿਲਕੁਲ, ਬਹੁਤ ਵਧੀਆ। ਉਹ ਜਿਸ ਦੇ ਜ਼ਿਹਨ ਵਿੱਚ ਸੁਰ ਹੈ ਨਾ ਤਾਲ ਹੈ ਕੋਈ। ਉਹ ਜਿਸ ਦੇ ਸਾਹਾਂ ਚੋਂ ਮਿਰਚਾਂ ਦੀ ਹਮਕ ਆਉਂਦੀ ਹੈ। ਉਹ ਜਿਸ ਦੇ ਪੋਟਿਆਂ ਤੇ ਦਹਿਕਦੇ ਅੰਗਿਆਰੇ ਹਨ। ਉਹ ਆਪਣੇ ਹੱਥ ਵਿੱਚ ਸੋਨੇ ਦੀ ਬੰਸਰੀ ਫੜ ਕੇ ਤੇ ਮੇਰੇ ਖੂਨ ਦੇ ਦੀਵੇ ਦੀ ਰੌਸ਼ਨੀ ਕਰਕੇ ਮੇਰੇ ਇੱਕ ਗੀਤ ਨੂੰ ਮੁਜਰੇ ਦੀ ਪੇਸ਼ਕਸ਼ ਕਰਦਾ ਹੈ।
ਮੇਰਾ ਉਹ ਗੀਤ ਤਾਂ ਨਦੀਆਂ ਦੇ ਵਹਿਣ ਵਰਗਾ ਹੈ। ਕੀ ਬਾਤ, ਕੀ ਬਾਤ। ਮੇਰਾ ਉਹ ਗੀਤ ਤਾਂ ਨਦੀਆਂ ਦੇ ਵਹਿਣ ਵਰਗਾ ਹੈ, ਮੇਰਾ ਉਹ ਗੀਤ ਤਾਂ ਪੌਣਾ ਦੀ ਤੋਰ ਵਰਗਾ ਹੈ। ਮੇਰੇ ਉਸ ਗੀਤ ਵਿੱਚ ਖਿੜਦੇ ਗੁਲਾਬ ਦੀ ਰੰਗਤ, ਮੇਰੇ ਉਸ ਗੀਤ ਵਿੱਚ ਮੇਰੇ ਪੰਜਾਬ ਦੀ ਫਿਤਰਤ, ਮੇਰਾ ਉਹ ਗੀਤ ਤਾਂ ਆਸ਼ਿਕ ਦੀ ਬੇਖੁਦੀ ਵਰਗਾ, ਮੇਰਾ ਉਹ ਗੀਤ ਤਾਂ ਫਕਰ ਦੀ ਗੋਦੜੀ ਵਰਗਾ। ਕਿਆ ਬਾਤ। ਮੇਰਾ ਉਹ ਗੀਤ ਕਦ ਬੰਦਿਸ਼ ਕਬੂਲ ਕਰਦਾ ਹੈ, ਮੇਰਾ ਉਹ ਗੀਤ ਕਦ ਬੰਦਿਸ਼ ਕਬੂਲ ਕਰਦਾ ਹੈ, ਮੇਰਾ ਉਹ ਗੀਤ ਕਦ ਝਾਂਜਰ ਦੀ ਕੈਦ ਜਰਦਾ ਹੈ, ਮੇਰਾ ਉਹ ਗੀਤ ਕਦ ਤਗਮੇ ਦਾ ਬੋਝ ਚੁੱਕਦਾ ਹੈ, ਮੇਰਾ ਉਹ ਗੀਤ ਕਦ ਚਾਂਦੀ ਦੀ ਛਨਣ ਤੇ ਮਰਦਾ ਹੈ, ਮੇਰਾ ਉਹ ਗੀਤ ਕਦ ਸੂਲੀ ਦੀ ਨੋਕ ਤੋਂ ਡਰਦਾ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਮੇਰਾ ਉਹ ਗੀਤ ਤਾਂ ਨਦੀਆਂ ਦੇ ਵਹਿਣ ਵਰਗਾ ਹੈ, ਮੇਰਾ ਉਹ ਗੀਤ ਤਾਂ ਪੌਣਾ ਦੀ ਤੋਰ ਵਰਗਾ ਹੈ। ਮੇਰੇ ਉਸ ਗੀਤ ਵਿੱਚ ਖਿੜਦੇ ਗੁਲਾਬ ਦੀ ਰੰਗਤ, ਮੇਰੇ ਉਸ ਗੀਤ ਵਿੱਚ ਮੇਰੇ ਪੰਜਾਬ ਦੀ ਫਿਤਰਤ, ਮੇਰਾ ਉਹ ਗੀਤ ਤਾਂ ਆਸ਼ਿਕ ਦੀ ਬੇਖੁਦੀ ਵਰਗਾ, ਮੇਰਾ ਉਹ ਗੀਤ ਫਕਰ ਦੀ ਗੋਦੜੀ ਵਰਗਾ, ਔਰ ਮੇਰਾ ਉਹ ਗੀਤ ਕਦ ਬੰਦਿਸ਼ ਕਬੂਲ ਕਰਦਾ ਹੈ, ਮੇਰਾ ਉਹ ਗੀਤ ਕਦ ਝਾਂਜਰ ਦੀ ਕੈਦ ਜਰਦਾ ਹੈ, ਮੇਰਾ ਉਹ ਗੀਤ ਕਦ ਤਗਮੇ ਦਾ ਬੋਝ ਚੁੱਕਦਾ ਹੈ, ਮੇਰਾ ਉਹ ਗੀਤ ਕਦ ਚਾਂਦੀ ਦੀ ਛਨਣ ਤੇ ਮਰਦਾ ਹੈ, ਮੇਰਾ ਉਹ ਗੀਤ ਕਦ ਸੂਲੀ ਦੀ ਨੋਕ ਤੋਂ ਡਰਦਾ। ਤੇ ਉਹ ਜਿਸ ਦੇ ਜ਼ਿਹਨ ਵਿੱਚ ਸੁਰ ਹੈ ਨਾ ਤਾਲ ਹੈ ਕੋਈ, ਉਹ ਮੇਰੇ ਗੀਤ ਤੇ ਇਲਜ਼ਾਮ ਇੱਕ ਲਗਾਉਂਦਾ ਹੈ। ਤੇ ਉਹ ਜਿਸ ਦੇ ਜ਼ਿਹਨ ਵਿੱਚ ਸੁਰ ਹੈ ਨਾ ਤਾਲ ਹੈ ਕੋਈ, ਮੇਰੇ ਗੀਤ ਤੇ ਇਲਜ਼ਾਮ ਇੱਕ ਲਗਾਉਂਦਾ ਹੈ ਕਿ ਮੇਰੇ ਗੀਤ ਵਿੱਚ ਗੀਤਾਂ ਜਿਹੀ ਕੋਈ ਗੱਲ ਹੀ ਨਹੀਂ, ਤੇ ਮੇਰੇ ਗੀਤ ਨੂੰ ਨੱਚਣ ਦਾ ਬਿਲਕੁਲ ਵੱਲ ਹੀ ਨਹੀਂ। ਕਿਆ ਬਾਤ, ਕਿਆ ਬਾਤ ਹੈ। ਜਿਸ ਦੇ ਜ਼ਿਹਨ ਵਿੱਚ, ਤੇ ਉਹ ਜਿਸ ਦੇ ਜ਼ਿਹਨ ਵਿੱਚ ਸੁਰ ਹੈ ਨਾ ਤਾਲ ਹੈ ਕੋਈ, ਉਹ ਮੇਰੇ ਗੀਤ ਤੇ ਇਲਜ਼ਾਮ ਇੱਕ ਲਗਾਉਂਦਾ ਹੈ ਕਿ ਮੇਰੇ ਗੀਤ ਵਿੱਚ ਗੀਤਾਂ ਜਿਹੀ ਕੋਈ ਗੱਲ ਹੀ ਨਹੀਂ, ਤੇ ਮੇਰੇ ਗੀਤ ਨੂੰ ਨੱਚਣ ਦਾ ਬਿਲਕੁਲ ਵੱਲ ਹੀ ਨਹੀਂ। ਮੇਰਾ ਉਹ ਗੀਤ, ਮੇਰੇ ਉਹ ਗੀਤ ਅੱਸੂ ਦੀ ਪੌਣ, ਮੇਰੇ ਉਸ ਗੀਤ ਦਾ ਚਿਹਰਾ ਸਵੇਰ ਦੀ ਸੁਰਖੀ, ਉਹ ਪੈਰੀ ਬੰਨ ਕੇ ਅੱਸੂ ਦੀ ਪੌਣ ਦੀ ਝਾਂਜਰ, ਜਦ ਕਦੀ ਨੱਚਦਾ ਬਣ ਕੇ ਭੁਚਾਲ ਹੀ ਨੱਚਦਾ, ਉਹਦੀ ਥਿਰਕਣ ਨੂੰ ਇੱਕ ਮਰਮਰ ਦਾ ਫਰਸ਼ ਕਦ ਜੱਚਦਾ। ਕਿਆ ਬਾਤ ਹੈ, ਕਿਆ ਬਾਤ ਹੈ, ਕਮਾਲ ਸਰ। ਹਾਂ, ਮੇਰੇ ਉਸ ਗੀਤ ਦਾ ਚਿਹਰਾ ਸਵੇਰ ਦੀ ਸੁਰਖੀ, ਮੇਰੇ ਉਸ ਗੀਤ ਦਾ ਸਾਰਾ ਲਿਬਾਸ ਚਾਨਣ ਦਾ, ਉਹ ਪੈਰੀ ਬੰਨ ਕੇ ਅੱਸੂ ਦੀ ਪੌਣ ਦੀ ਝਾਂਜਰ, ਜਦ ਕਦੀ ਨੱਚਦਾ ਬਣ ਕੇ ਭੁਚਾਲ ਹੀ ਨੱਚਦਾ, ਉਹਦੀ ਥਿਰਕਣ ਨੂੰ ਇੱਕ ਮਰਮਰ ਦਾ ਫਰਸ਼ ਕਦ ਜੱਚਦਾ। ਤੇ ਉਹ ਜਿਸ ਦੇ ਜ਼ਿਹਨ ਵਿੱਚ ਸੁਰ ਹੈ ਨਾ ਤਾਲ ਹੈ ਕੋਈ, ਜੋ ਆਪਣੇ ਹੱਥ ਵਿੱਚ ਸੋਨੇ ਦੀ ਬੰਸਰੀ ਫੜ ਕੇ ਤੇ ਦੂਜੇ ਹੱਥ ਤੇ ਚਾਂਦੀ ਦੇ ਕੁਝ ਟਕੇ ਧਰ ਕੇ ਮੇਰੇ ਉਸ ਗੀਤ ਨੂੰ ਮੁਜਰੇ ਦੀ ਪੇਸ਼ਕਸ਼ ਕਰਦਾ, ਮੇਰਾ ਉਹ ਗੀਤ ਉਸ ਦੀ ਪੇਸ਼ਕਸ਼ ਤੇ ਥੁੱਕਦਾ ਹੈ। ਮੇਰਾ ਉਹ ਗੀਤ ਕਦ ਮੁਜਰੇ ਦੀ ਅੱਗ ਵਿੱਚ ਮੱਚਦਾ, ਮੇਰਾ ਉਹ ਗੀਤ ਕਦ ਮੁਜਰੇ ਦੀ ਅੱਗ ਵਿੱਚ ਮੱਚਦਾ, ਔਰ ਜਦ ਕਦੀ ਨੱਚਦਾ ਯਾਰਾਂ ਦੇ ਵਾਸਤੇ ਨੱਚਦਾ, ਜਦ ਕਦੀ ਨੱਚਦਾ ਯਾਰਾਂ ਦੇ ਵਾਸਤੇ ਨੱਚਦਾ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਕਮਾਲ। ਸਜਦਾ 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 ਸਜਦਾ। ਥੈਂਕ ਯੂ ਬਹੁਤ ਆਈ ਫਿਰ ਜੀ। ਵਿਜੇ ਵਿਵੇਕ ਸਰ, ਤੁਸੀਂ ਸੱਚਮੁੱਚ ਹੀ ਮੈਨੂੰ ਲੱਗਦਾ ਹੁੰਦਾ ਕਿ ਸ਼ਬਦ ਤੁਹਾਡੇ ਕੋਲੇ ਆ ਕੇ ਖੇਡਣ ਲੱਗ ਜਾਂਦੇ ਨੇ, ਤੇ ਤੁਸੀਂ ਬਹੁਤ ਖੂਬਸੂਰਤ ਰਚਨਾਵਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਨਹੀਂ, ਮਤਲਬ ਇਦੋਂ ਉਲਟਾ ਹੈ, ਸੱਚ ਹੈ ਜਿਹੜਾ ਜੀ, ਉਹ ਹੈ ਨਾ ਮੈਂ ਸ਼ਬਦਾਂ ਨੂੰ ਮਤਲਬ ਆਪਣੇ ਨਾਲ ਖੇਡਣ ਦਿੰਦਾ। ਹਾਂ ਜੀ ਜੀ ਜੀ, ਸ਼ਬਦਾਂ ਨੂੰ, ਹਾਂ ਭਾਸ਼ਾ ਨੂੰ ਮੈਂ ਆਪਣੇ ਨਾਲ ਖੇਡਣ ਦਿੰਦਾ, ਫਿਰ ਉਹ ਉਹਨਾਂ ਦੀ ਆਪਣੀ ਮਰਜ਼ੀ ਨਾਲ ਜਿਹੜੇ ਸ਼ਬਦ ਆ ਉਹ ਆਪਣੇ ਆਪਣੀ ਥਾਂ ਤੇ ਟਿਕ ਜਾਂਦੇ ਆ ਜੀ, ਹਨਾ। ਜੀ ਜੀ ਜੀ, ਮੈਂ ਆਪਣੀ ਬੁੱਧੀ ਦਾ ਉਹਦੇ ਵਿੱਚ ਕੁੰਡੀ ਉਡਾਉਂਦਾ ਨਹੀਂ। ਕੀ ਬਾਤ ਹੈ। ਬਹੁਤ ਮਾਣ ਹੈ ਸਰ ਤੁਹਾਡੇ ਤੇ। ਇਸੇ ਤਰ੍ਹਾਂ ਬਹੁਤ ਖੂਬਸੂਰਤ ਲਿਖਦੇ ਰਹੋ ਤੇ ਪੰਜਾਬੀ ਮਾਂ ਬੋਲੀ ਦੀ ਝੋਲੀਆਂ ਭਰਦੇ ਰਹੋ। ਤੁਹਾਡੀਆਂ ਕਵਿਤਾਵਾਂ ਦੇ ਵਿੱਚ ਭਾਵੇਂ ਸਿੱਧੇ ਤੌਰ ਤੇ ਕਿਸਾਨੀ ਨਾਲ ਕੁਝ ਵੀ ਨਾ ਜੁੜਿਆ ਹੋਵੇ, ਪਰ ਸਾਰੀਆਂ ਕਵਿਤਾਵਾਂ ਜਿੰਨੀਆਂ ਤੁਸੀਂ ਸੁਣਾਈਆਂ ਨੇ, ਸਾਰੀਆਂ ਸਾਨੂੰ ਐਂ ਲੱਗਦਾ ਕਿ ਕਿਸਾਨੀ ਨੂੰ ਹੀ ਪੇਸ਼ ਕਰ ਰਹੀਆਂ। ਸ਼ੁਕਰੀਆ ਸ਼ੁਕਰੀਆ। ਹਾਂ, ਮੇਰੇ ਸਿੱਧੇ ਤੌਰ ਤੇ ਕਦੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਬਿਲਕੁਲ ਕਦੀ ਮਤਲਬ ਜਾਨੀ ਮੈਂ ਵਿਸ਼ੇ ਤੇ ਜਿਹੜਾ ਬੰਦਾ ਇਹ ਮੰਨਦਾ ਜੀ ਵੀ ਮੇਰੀ ਤਾਂ ਮਤਲਬ ਜਾਨੀ ਵੀ ਜਿਹੜੀ ਪੋਇਟਰੀ ਹੈ ਮੇਰੀ ਨਹੀਂ ਹੈ, ਹਨਾ ਜੀ ਜੀ ਜੀ, ਫਿਰ ਉਹ ਮੈਨੂੰ ਲੱਗਦਾ ਮੈਂ ਆਪਣਾ ਕੋਈ ਵਿਚਾਰ ਕਵਿਤਾ ਦੇ ਮੂੰਹ ਚ ਨਹੀਂ ਪਾ ਸਕਦਾ। ਕਵਿਤਾ ਵੱਡੀ ਆ, ਜਿਹੜੀ ਉਹਦੀ ਗੱਲ ਹੈ ਉਹ ਸੱਚੀ ਹੈ। ਬਹੁਤ ਵੱਡੀ, ਜੋ ਕੁਛ ਉਹ ਕਹਿੰਦੀ ਹੈ ਮੈਂ ਉਹਨੂੰ ਕਹਿਣ ਦਿੰਦਾ, ਕਵਿਤਾ ਨੂੰ ਕਹਿਣ ਦਿੰਦਾ। ਹਾਂਜੀ।
ਕਵੀ ਦੀ ਅਸਲ ਦੇ ਵਿੱਚ ਤੇ ਜੇ ਕੱਲ ਨੂੰ ਮੈਨੂੰ ਕਵੇ ਵੀ ਕਿਸਾਨੀ ਤੇ ਮਤਲਬ ਤੂੰ ਨਜ਼ਮਾਂ ਕਵਿਤਾਵਾਂ ਲਿਖ, ਜੇ ਕਵਿਤਾ ਹੀ ਮਤਲਬ ਜਾਨੀ ਮੈਨੂੰ ਆਖੇ ਵੀ ਲੇਖ, ਫਿਰ ਮੈਂ ਜ਼ਰੂਰ ਲਿਖੂੰਗਾ ਜੀ। ਬਹੁਤ ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਕਵੀ ਦੀ ਅਸਲ ਦੇ ਵਿੱਚ ਤਾਕਤ ਹੀ ਇਸ ਗੱਲ ਦੇ ਵਿੱਚ ਹੈ ਕਿ ਉਹਦੇ ਬੋਲ ਤਤਕਾਲ ਤੋਂ ਚੱਲ ਕੇ ਸਮਕਾਲ ਤੇ ਸਮਕਾਲ ਤੋਂ ਚੱਲ ਕੇ ਚਿਰਕਾਲ ਤੱਕ ਪਹੁੰਚਣਾ, ਇਹ ਕਵੀ ਦੀ ਤਾਕਤ ਹੁੰਦੀ ਹੈ। ਤੇ ਤੁਹਾਡੀ ਕਵਿਤਾ ਦੇ ਵਿੱਚ ਇਹ ਤਾਕਤ ਹੈ ਕਿ ਤੁਸੀਂ ਜਦੋਂ ਵੀ ਲਿਖੋ ਤੁਹਾਡੀ ਕਵਿਤਾ ਹਰ ਵੇਲੇ ਆਵਾਮ ਨੂੰ ਰਿਪਰੈਜ਼ੈਂਟ ਕਰਦੀ ਹੈ। ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਮਾਂ ਵੀ ਦੋਸਤੋ ਬਹੁਤ ਸਾਰਾ ਹੋ ਚੁੱਕਿਆ ਹੈ, ਲਗਭਗ 1.25 ਘੰਟਾ ਸਾਨੂੰ ਹੋ ਚੁੱਕਿਆ ਹੈ। ਭਾਵੇਂ 3 ਸ਼ਹਿਰ ਅੱਜ ਸਾਡੇ ਨਾਲ ਸ਼ਾਮਲ ਨਹੀਂ ਹੋ ਸਕੇ, ਅਗਲੀ ਵਾਰੀ ਸ਼ਾਮਲ ਹੋਣਗੇ, ਪਰ ਫਿਰ ਵੀ ਤੁਹਾਡੇ ਸਾਰਿਆਂ ਦੇ ਨਾਲ ਅੱਜ ਦੀ ਇਹ ਮਹਿਫਲ ਬਹੁਤ ਭਰੀ ਹੈ, ਬਹੁਤ ਖੂਬਸੂਰਤ ਹੈ। ਸਾਰਿਆਂ ਨੇ ਆਪੋ ਆਪਣੀ ਸਮਰੱਥਾ ਮੁਤਾਬਕ ਇਸ ਮਹਿਫਲ ਦੇ ਵਿੱਚ ਆਪਣੇ ਰੰਗ ਭਰੇ ਨੇ, ਤੇ ਇਸੇ ਤਰ੍ਹਾਂ ਆਪਣੇ ਰੰਗ ਭਰਦੇ ਰਹੀਏ, ਕਿਉਂਕਿ ਜਿੰਨੀ ਦੇਰ ਤੱਕ ਦਿੱਲੀ ਦੇ ਵਿੱਚ ਕਿਸਾਨ ਆਪਣੇ ਲਹੂ ਦੇ ਨਾਲ ਕਵਿਤਾਵਾਂ ਲਿਖ ਰਹੇ ਨੇ, ਉਨੀ ਦੇਰ ਤੱਕ ਸਾਡੀਆਂ ਕਵਿਤਾਵਾਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਕਵਿਤਾਵਾਂ ਨੂੰ ਸਪੋਰਟ ਕਰੀਏ, ਉਹਨਾਂ ਦਾ ਸਮਰਥਨ ਕਰੀਏ, ਉਹਨਾਂ ਦੇ ਨਾਲ ਜੁੜੇ ਰਹੀਏ, ਉਹਨਾਂ ਦੀ ਤਾਕਤ ਬਣੀਏ, ਉਹਨਾਂ ਦਾ ਹੌਸਲਾ ਬਣੀਏ, ਤਾਂ ਕਿ ਉਹਨਾਂ ਦੀ ਆਵਾਜ਼ ਤੇ ਸਾਡੀ ਆਵਾਜ਼ ਬੁਲੰਦ ਹੋ ਕੇ ਜਿੱਤ ਵੱਲ ਅਸੀਂ ਤੁਰ ਸਕੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੰਨੇ ਵੀ ਦਰਸ਼ਕ ਸ਼ਾਮਲ ਹੋਏ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਮਿਲਦੇ ਹਾਂ ਆਪਾਂ ਅਗਲੇ ਐਤਵਾਰ ਸੰਘਰਸ਼ਾਂ ਦੇ ਦੌਰ ਦੀ ਸ਼ਾਇਰੀ ਦੇ ਇੱਕ ਨਵੇਂ ਕਾਫਲੇ ਦੇ ਰੂਪ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ।